ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੜੇ ਦਿਨਾਂ ਤੋਂ ਚਰਚਾ ਚੱਲ ਰਹੀ ਆ, ਜਿਸ ਦੇ ਉੱਤੇ ਵੱਖ-ਵੱਖ ਲੀਡਰਾਂ ਦੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਤੇ ਜਥੇਬੰਦੀਆਂ ਦੀਆਂ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਸੋ ਅੱਜ ਦੇ ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ सरदार कंवरपाल सिंह जी बिट्टू होरां दे नाल जिहड़े कि दल खालसा दे स्पोक्सपर्सन ने। सो उन्हां तो जाणांगे कि दल खालसा दा इस दे उत्ते की रिएक्शन हैगा आ ते ओह किवें सोचदे आ। इस समुची जिहड़ी रिहाई दी प्रक्रिया जिहड़ी आ ओह चल रही गुरु नानक साहब दे 550 साला प्रकाश दिहाड़े नूं लैके। सो साडे नाल सरदार कंवरपाल सिंह जी बिट्टू ने, उन्हां नाल फतेह दी सांझ पाउने आ ते फिर प्रोग्राम दी शुरुआत करदे आ। भाई साहब जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗਾ ਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੱਲ ਚੱਲੀ ਆ, ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸਾਡੇ ਸਿੰਘ ਨਜ਼ਰਬੰਦ ਨੇ ਲੰਮੇ ਸਮੇਂ ਤੋਂ, ਇਹਨਾਂ ਦੀ ਰਿਹਾਈ ਦੀ ਮੰਗ ਤੇ ਲੰਮੇ ਸਮੇਂ ਤੋਂ ਚੱਲ ਰਹੀ ਹੈ। ਜਦੋਂ 1999 ਦੇ ਵਿੱਚ ਖਾਲਸਾ ਪੰਥ ਦਾ 300 ਸਾਲਾ ਸ਼ਤਾਬਦੀ ਆਈ ਸੀ, ਉਸ ਦਿਨ ਤੋਂ ਹੀ ਸਿੰਘਾਂ ਦੀ ਰਿਹਾਈ ਦੀ ਮੰਗ ਗਾਏ ਬਗਾਏ ਉੱਠਦੀ ਆ ਰਹੀ ਹੈ। ਔਰ ਜਦੋਂ ਵੀ ਕਦੀ ਕੋਈ ਸ਼ਤਾਬਦੀ ਆਉਂਦੀ ਹੈ ਜਾਂ ਕੋਈ ਇਤਿਹਾਸਕ ਦਿਹਾੜੇ ਆਉਂਦੇ ਨੇ ਤੇ ਇਸ ਸੰਬੰਧ ਦੇ ਵਿੱਚ ਸਿੰਘਾਂ ਦੀ ਰਿਹਾਈ ਦੀ ਮੰਗ ਉੱਠਦੀ ਆ ਰਹੀ ਹੈ। ਔਰ ਪਿਛਲੇ ਲੰਮੇ ਸਮੇਂ ਤੋਂ ਗੁਰਬਖਸ਼ ਸਿੰਘ, ਬਾਪੂ ਸੂਰਜ ਸਿੰਘ, ਫਿਰ ਬਰਗਾੜੀ ਮੋਰਚਾ, ਇਹਦੇ ਵਿੱਚ ਇਹ ਮੰਗਾਂ ਤੇਜ਼ ਹੋਈਆਂ, ਲੋਕਾਂ ਦੀ ਭਰਵੀਂ ਸ਼ਮੂਲੀਅਤ ਹੋਈ ਔਰ ਇਹ ਮੰਗ ਨੇ ਮਤਲਬ ਜ਼ੋਰ ਫੜਿਆ। ਸੋ ਇਹ ਮੰਗ ਸਿੱਖਾਂ ਦੇ ਮਨਾਂ ਦੇ ਬਹੁਤ ਨੇੜੇ ਹੈ ਔਰ ਸਿੱਖਾਂ ਨੇ ਇਹ ਮੰਗ ਹਰ ਪਲੇਟਫਾਰਮ ਤੇ, ਚਾਹੇ ਉਹ ਨੈਸ਼ਨਲ ਪਲੇਟਫਾਰਮ ਹੋਵੇ, ਚਾਹੇ ਪੰਥਕ ਪਲੇਟਫਾਰਮ ਹੋਵੇ, ਚਾਹੇ ਇੰਟਰਨੈਸ਼ਨਲ ਪਲੇਟਫਾਰਮ ਹੋਵੇ, ਈਵਨ UNO ਦੇ ਵਿੱਚ ਇਹ ਮੰਗ ਬਹੁਤ ਵਾਰੀ ਉੱਠੀ ਹੈ ਕਿ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਕਿਉਂਕਿ ਉਹਨਾਂ ਦੀ ਜਿਹੜੀ ਉਹਨਾਂ ਦਾ ਇੱਕ ਸੈੱਟ ਸਟੈਂਡਰਡ ਹੈ ਕਿਸੇ ਵੀ ਨਜ਼ਰਬੰਦ ਦਾ। ਇੱਕ ਆਮ ਕੇਸ ਦੇ ਵਿੱਚ 14 ਸਾਲ ਤੋਂ ਬਾਅਦ ਰਿਹਾਈ ਮੰਨੀ ਜਾਂਦੀ ਹੈ ਤੇ ਟਾਡਾ ਦੇ ਕੇਸਾਂ ਦੇ ਵਿੱਚ ਜਾਂ ਇਹਦੇ ਨਾਲ ਰਿਲੇਟਡ ਜਿਹੜੇ ਐਕਸਪਲੋਸਿਵ ਐਕਟ ਨੇ ਉਹਨਾਂ ਦੇ ਵਿੱਚ ਜਿਹੜੇ ਨਜ਼ਰਬੰਦੀ ਹੁੰਦੀ ਹੈ ਉਹ ਤੋਂ 20 ਸਾਲ ਤੋਂ ਬਾਅਦ ਰਿਹਾਈ ਮਿੱਥੀ ਗਈ ਹੈ। ਇੱਕ ਸਰਕਾਰ ਨੇ ਇੱਕ ਗੱਲ ਮਿੱਥੀ ਹੈ ਕਿ 14 + 6 20 ਸਾਲ ਬਾਅਦ ਉਹਨਾਂ ਦੀ ਰਿਹਾਈ ਹੁੰਦੀ ਹੈ। ਸੋ ਬਹੁਤ ਸਾਰੇ ਸਿੰਘ ਜਿਹੜੇ ਨੇ ਸਾਡੇ ਉਹ 20 ਸਾਲ ਤੋਂ ਉੱਪਰ ਟੱਪ ਚੁੱਕੇ ਨੇ, ਉਹਨਾਂ ਨੇ 20 ਸਾਲ ਤੋਂ ਵੱਧ ਸਜ਼ਾ ਭੁਗਤ ਲਈ ਹੈ। ਸੋ ਉਹਨਾਂ ਦੀ ਰਿਹਾਈ ਦਾ ਜਿਹੜੀ ਮੰਗ ਹੈ ਉਹ ਜਾਇਜ਼ ਵੀ ਹੈ ਔਰ ਕਾਨੂੰਨ ਅਨੁਸਾਰ ਵੀ ਹੈ, ਕਿਉਂਕਿ ਉਹਨਾਂ ਨੇ 20 ਸਾਲ ਤੋਂ ਵੱਧ ਸਜ਼ਾ ਭੁਗਤ ਲਈ ਹੈ। ਔਰ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਕੰਸੈਸ਼ਨ ਦਿੱਤੀ ਜਾਵੇ, ਕੋਈ ਮਰਸੀ ਦਿੱਤੀ ਜਾਵੇ। ਅਸੀਂ ਕਹਿੰਦੇ ਹਾਂ ਜੋ ਬਾਕੀ ਨਜ਼ਰਬੰਦਾਂ ਦੇ ਨਾਲ ਜੋ ਵਿਹਾਰ ਕੀਤਾ ਜਾਂਦਾ, ਟਰੀਟ ਕੀਤਾ ਜਾਂਦਾ, ਉਹੀ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਨਜ਼ਰਬੰਦ ਨੇ ਉਹਨਾਂ ਦੇ ਨਾਲ ਵਿਹਾਰ ਕੀਤਾ ਜਾਵੇ। ਉਹਨਾਂ ਦੀ ਵੀ ਰਿਹਾਈ ਜੇ ਟਾਡਾ ਅਧੀਨ ਹੈ ਤੇ 20 ਸਾਲ ਤੋਂ ਬਾਅਦ ਰਿਹਾ ਹੋਣਾ ਚਾਹੀਦੇ ਨੇ। ਜੇ ਉਹ ਨੋਰਮਲ ਕੇਸਿਸ ਦੇ ਵਿੱਚ ਨੇ, 302 ਦੇ ਕੇਸਿਸ ਵਿੱਚ ਨੇ, ਤੇ ਉਹਨਾਂ ਨੂੰ ਵੀ ਬਾਕੀ ਕੈਦੀਆਂ ਵਾਂਗ 14 ਸਾਲ ਬਾਅਦ ਰਿਹਾਈ ਦਿੱਤੀ ਜਾਵੇ। ਪਰ ਸਰਕਾਰਾਂ ਨੇ ਹਮੇਸ਼ਾ ਹੀ ਇਸ ਗੱਲ ਨੂੰ ਅਣਗੌਲਿਆ ਕੀਤਾ ਹੈ, ਉਹਨਾਂ ਨੇ ਨਜ਼ਰਅੰਦਾਜ਼ ਕੀਤਾ ਹੈ। ਔਰ ਕਦੇ ਵੀ ਜਦੋਂ ਵੀ ਕਦੀ ਮੋਰਚਾ ਲੱਗਾ ਤੇ ਸਰਕਾਰਾਂ ਨੇ ਮੋਰਚੇ ਦੇ ਪ੍ਰਬੰਧਕਾਂ ਦੇ ਕਹਿਣ ਤੇ ਜਾਂ ਕੌਮ ਦੀ ਮੰਗ ਨੂੰ ਮੁੱਖ ਰੱਖਦਿਆਂ ਕਦੀ ਰਿਹਾਈਆਂ ਨਹੀਂ ਕੀਤੀਆਂ। ਉਹਨਾਂ ਨੇ ਆਪਣਾ ਟਾਈਮਿੰਗ ਦੇਖਿਆ। ਹਮੇਸ਼ਾ ਸਰਕਾਰਾਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਗੈਸਚਰ ਕਰਦੀਆਂ ਨੇ, ਜੋ ਕਦਮ ਚੁੱਕਦੀਆਂ ਨੇ, ਮੂਵ ਕਰਦੀਆਂ ਨੇ, ਉਹ ਮੋਰਚੇ ਦੇ ਪ੍ਰਬੰਧਕਾਂ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦੀਆਂ। ਸੋ ਹਮੇਸ਼ਾ ਚੱਲਦੇ ਮੋਰਚੇ ਜਾਂ ਨੇੜਲੇ ਭਵਿੱਖ ਦੇ ਵਿੱਚ ਉਹ ਰਿਹਾਈਆਂ ਨਹੀਂ ਕਰਦੀਆਂ, ਉਹ ਕੁਝ ਸਮੱਟ ਪਾਉਂਦੀਆਂ ਨੇ, ਫਿਰ ਉਹ ਆਪਣਾ ਪੋਲੀਟੀਕਲ ਇੰਟਰਸਟ ਦੇਖਦੀਆਂ ਨੇ। ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਆਪਣੇ ਰਾਜਨੀਤਿਕ ਮਫਾਦ ਔਰ ਟਾਈਮਿੰਗ ਜਿਹੜੀ ਉਹਨਾਂ ਨੂੰ ਸੂਟ ਕਰਦੀ ਹੈ ਰਾਜਨੀਤਿਕ ਤੌਰ ਤੇ, ਫਿਰ ਉਹ ਇੱਦਾਂ ਦੇ ਮੂਵਸ ਕਰਦੀਆਂ ਨੇ। ਪਹਿਲਾਂ ਤਾਂ ਦੇਖੋ ਹੁਣ ਤੱਕ ਰਿਹਾਈਆਂ ਨਹੀਂ ਕੀਤੀਆਂ ਗਈਆਂ। ਤੁਸੀਂ ਇੱਥੋਂ ਤੱਕ ਦੇਖੋ ਕਿ ਜਿਹੜੇ ਬੇਅੰਤ ਸਿੰਘ ਕੇਸ ਦੇ ਵਿੱਚ ਸਾਡੇ ਸਿੰਘ ਨਜ਼ਰਬੰਦ ਨੇ, ਉਹਨਾਂ ਨੂੰ ਪੈਰੋਲ 'ਤੇ ਵੀ ਨਹੀਂ ਸੀ ਛੱਡਿਆ ਜਾਂਦਾ, ਪਰ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਤੋਂ ਬਾਅਦ ਉਹਨਾਂ ਨੂੰ ਪੈਰੋਲ ਮਿਲਣੀ ਸ਼ੁਰੂ ਹੋਈ। ਫਿਰ ਰਿਹਾਈਆਂ ਦਾ ਇੱਕ ਦੌਰ ਸ਼ੁਰੂ ਹੋਇਆ। ਜਿਹੜੇ ਪੰਜਾਬ ਤੋਂ ਬਾਹਰ ਸਾਡੇ ਨਜ਼ਰਬੰਦ ਸੀਗੇ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਗਿਆ। ਸੋ ਹੌਲੀ ਹੌਲੀ ਇਹ ਸਟੈਪ ਬਾਏ ਸਟੈਪ ਇੱਕ ਚੀਜ਼ ਤੁਰੀ, ਗੁਰਬਖਸ਼ ਸਿੰਘ ਤੋਂ ਬਾਅਦ ਤੁਰੀ, ਔਰ ਤੁਰਦੇ ਤੁਰਦੇ ਪੈਰੋਲ ਮਿਲਣੀ ਸ਼ੁਰੂ ਹੋਈ। ਫਿਰ ਕੁਝ ਸਿੰਘ ਰਿਹਾ ਵੀ ਹੋਏ ਆ ਜਿਹੜਾ। ਔਰ ਮੈਂ ਦੇਖੋ 2-3 ਦਿਨ ਤੋਂ ਜਿਹੜੀ ਅਖਬਾਰਾਂ ਦੇ ਵਿੱਚ ਨਜ਼ਰਬੰਦਾਂ ਦੀ ਜਿਹੜੀ 8 ਨਾਵਾਂ ਦੀ ਸੂਚੀ ਘੁੰਮ ਰਹੀ ਹੈ ਔਰ ਹਰ ਅਖਬਾਰ ਨੇ ਉਹ 8 ਨਾਵਾਂ ਦੀ ਸੂਚੀ ਲਾਈ ਹੈ ਔਰ ਹਰ ਅਖਬਾਰ ਨੇ ਉਹ ਨਾਂ ਜਿਹੜੇ ਨੇ ਪੁਲਿਸ ਦੇ ਸੂਤਰਾਂ ਦੇ ਹਵਾਲੇ ਨਾਲ ਲਾਈ ਹੈ। ਉਹ 8 ਨਾਂ ਜਿਹੜੇ ਨੇ ਉਹਨਾਂ ਵਿੱਚੋਂ 5 ਆਲਰੇਡੀ ਰਿਹਾ ਹੋ ਚੁੱਕੇ ਨੇ। ਹਰਦੀਪ ਸਿੰਘ ਰਿਹਾ ਹੋ ਚੁੱਕਾ ਅੰਮ੍ਰਿਤਸਰ ਜੇਲ੍ਹ ਤੋਂ, ਬਾਜ ਸਿੰਘ ਰਿਹਾ ਹੋ ਚੁੱਕਾ ਅੰਮ੍ਰਿਤਸਰ ਜੇਲ੍ਹ ਤੋਂ, ਸਰਨ ਸਿੰਘ,
ਦਿਲਬਾਗ ਸਿੰਘ ਨਾਭਾ ਜੇਲ੍ਹ ਤੋਂ ਰਿਹਾ ਹੋ ਚੁੱਕੇ ਨੇ, ਵਰਿਆਮ ਸਿੰਘ ਯੂਪੀ ਜੇਲ੍ਹ ਤੋਂ ਰਿਹਾ ਹੋ ਚੁੱਕੇ ਨੇ। ਹੁਣ ਸਿਰਫ ਅੰਦਰ ਨੇ ਉਹ ਜਿਹੜੀ ਅਖਬਾਰ ਦੇ ਵਿੱਚ ਸੂਚੀ ਆਈ, ਮੈਂ ਸਿਰਫ ਉਹਦੀ ਗੱਲ ਕਰ ਰਿਹਾ। ਉਹਨਾਂ ਵਿੱਚ 3 ਸਿੰਘ ਅੰਦਰ ਨੇ, ਲਾਲ ਸਿੰਘ, ਆਪਣਾ ਗੁਰਦੀਪ ਸਿੰਘ ਖੈੜਾ ਤੇ ਇੱਕ ਸਿੰਘ ਹੋਰ ਹੈ ਜਿਹੜੇ ਅੰਦਰ ਨੇ। ਸੋ ਉਹ 3 ਸਿੰਘ ਅੰਦਰ ਨੇ ਔਰ ਅਖਬਾਰਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਨਹੀਂ ਦਿੱਤਾ, ਜਦ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ, ਲਾਲ ਸਿੰਘ ਦੀ ਰਿਹਾਈ, ਗੁਰਦੀਪ ਸਿੰਘ ਦੀ ਰਿਹਾਈ ਤੋਂ ਬਿਨਾਂ ਰਿਹਾਈਆਂ ਦਾ ਕੋਈ ਅਰਥ ਹੀ ਨਹੀਂ ਹੈ। ਪਰ ਅਸੀਂ ਸਮਝਦੇ ਹਾਂ ਕਿ ਹੋ ਸਕਦਾ ਹੈ ਕਿ ਜਿਹੜੇ 5 ਸਿੰਘ ਰਿਹਾ ਹੋਏ ਨੇ, ਅਖਬਾਰਾਂ ਕੋਲ ਉਹਦੀ ਪੂਰੀ ਕਨਫਰਮਡ ਸੂਚੀ ਨਾ ਹੋਵੇ, ਉਹਨਾਂ ਨੂੰ ਨਾ ਪਤਾ ਹੋਵੇ ਕਿ ਸੈਂਟਰ ਨੇ ਕਿਹੜੇ 8 ਨਾਵਾਂ ਤੇ ਡਿਸਾਈਡ ਕੀਤਾ। ਔਰ ਸੈਂਟਰ ਦੀ ਵੀ ਤੁਸੀਂ ਚਲਾਕੀ ਦੇਖੋ, ਉਹਨਾਂ ਨੇ ਨਾਂ ਨਹੀਂ ਦਿੱਤੇ, ਇੱਕ ਅਨਕਨਫਰਮਡ ਸੋਰਸਿਸ ਤੋਂ ਪ੍ਰੈਸ ਰਿਲੀਜ਼ ਦਿੱਤੀ ਹੋਮ ਮਿਨਿਸਟਰੀ ਨੇ ਕਿ ਅਸੀਂ 8 ਨਾਵਾਂ ਦੀ ਸੂਚੀ ਤੇ ਡਿਸਾਈਡ ਕਰ ਲਿਆ ਤੇ ਇੱਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਹੈ ਉਹ ਲਾਈਫ ਸੈਂਟੈਂਸ ਦੇ ਵਿੱਚ ਕਮਿਊਟ ਕੀਤੀ ਜਾਏਗੀ। ਇਹ ਖਬਰ ਸੈਂਟਰ ਗਵਰਨਮੈਂਟ ਨੇ ਆਪਣੇ ਸੋਰਸਿਸ ਰਾਹੀਂ ਅਖਬਾਰਾਂ ਨੂੰ ਇਸ਼ੂ ਕੀਤੀ, ਰਿਲੀਜ਼ ਕੀਤੀ, ਪਰ ਨਾਂ ਨਹੀਂ ਦਿੱਤੇ ਗਏ। ਉਸ ਤੋਂ ਬਾਅਦ ਨਾਵਾਂ ਦਾ ਇੱਕ ਗੈਸ ਵਰਕ ਸ਼ੁਰੂ ਹੋਇਆ। ਹਰ ਅਖਬਾਰ ਨੇ ਆਪਣੇ ਤਰੀਕੇ ਦੇ ਨਾਲ, ਸੂਤਰਾਂ ਦੇ ਹਵਾਲੇ ਦੇ ਨਾਲ, ਪੁਲਿਸ ਸੂਤਰਾਂ ਦੇ ਹਵਾਲੇ ਦੇ ਨਾਲ ਗੈਸ ਵਰਕ ਕੀਤਾ। ਸਰਕਾਰ ਵੀ ਬੋਲੀ ਕਿ ਅਸੀਂ ਟਾਡਾ ਦੇ ਅਧੀਨ ਜਿਹੜੇ ਲੰਮੇ ਸਮੇਂ ਤੋਂ ਨਜ਼ਰਬੰਦ ਸੀ ਉਹਨਾਂ ਦੀ ਸੂਚੀ ਸੈਂਟਰ ਨੂੰ ਭੇਜੀ ਹੈ ਔਰ ਲੰਬੀ ਸੂਚੀ ਸੀ, ਉਹਦੇ ਵਿੱਚੋਂ ਉਹਨਾਂ ਨੇ ਸੈਂਟਰ ਨੇ 8 ਨਾਂ ਡਿਸਾਈਡ ਕੀਤੇ ਨੇ। ਜੀ ਜੀ, ਇੱਕ ਗੱਲ ਜਿਹੜੀ ਆਪਾਂ ਚਰਚਾ ਮੇਨ ਕਰ ਰਹੇ ਹਾਂ ਕਿ ਜਿਹੜੀ ਗੱਲ ਚੱਲਦੀ ਪਈ ਆ ਕਿ ਪਹਿਲਾਂ ਜਿਹੜੇ ਰਿਹਾ ਹੋ ਚੁੱਕੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਇਹਦੇ 'ਚ ਕੋਈ ਇਹ ਵੀ ਪਤਾ ਲੱਗ ਸਕਿਆ ਕਿ ਇਹ ਵਾਕਿਆ ਹੀ ਉਹਨਾਂ ਨੂੰ ਹੀ ਸ਼ਾਮਲ ਕੀਤਾ ਜਾਂ ਕੋਈ ਨਵੇਂ ਹੋਰ 22 ਸਿੰਘ ਜਿਨ੍ਹਾਂ ਦੀ ਸੂਚੀ ਹੈਗੀ ਆ ਉਹਨਾਂ ਦੇ ਵਿੱਚੋਂ ਸਿੰਘ ਜਿਹੜੇ ਆ ਉਹ ਛੱਡੇ ਜਾ ਰਹੇ ਆ। ਜੇਕਰ ਪਹਿਲਾਂ ਵਾਲਿਆਂ ਨੂੰ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਫਿਰ ਤਾਂ ਮੈਨੂੰ ਲੱਗਦਾ 3 ਜਾਂ 4 ਦੀ ਗਿਣਤੀ ਹੀ ਸਾਰੀ ਰਹਿ ਜਾਏਗੀ ਪਿੱਛੇ ਛੱਡਣ ਵਾਲਿਆਂ ਦੀ। ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਸੂਚੀ ਜਨਤਕ ਕੀਤੀ ਗਈ ਅਖਬਾਰਾਂ ਦੇ ਹਵਾਲੇ ਨਾਲ, ਉਹ ਅਖਬਾਰਾਂ ਦੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਹੈ। ਗਵਰਨਮੈਂਟ ਆਫ ਇੰਡੀਆ ਨੇ ਆਫੀਸ਼ੀਅਲੀ ਕੁਝ ਨਹੀਂ ਕਿਹਾ। ਸੋ ਅਸੀਂ ਇਹ ਗੱਲ ਨਹੀਂ ਮੰਨ ਕੇ ਚੱਲਦੇ ਕਿ ਇਹੀ 8 ਉਹਨਾਂ ਨੇ ਗਵਰਨਮੈਂਟ ਨੇ ਛੱਡਣੇ ਨੇ, ਕਿਉਂਕਿ 5 ਤਾਂ ਆਲਰੇਡੀ ਰਿਹਾ ਹੋ ਚੁੱਕੇ ਨੇ ਔਰ ਉਹਨਾਂ ਵਿੱਚੋਂ ਜਿਹੜਾ ਬਾਜ ਸਿੰਘ ਹੈ ਉਹ, ਜੋ ਮੇਰੀ ਜਾਣਕਾਰੀ ਹੈ, ਉਹ ਪੂਰਾ ਵੀ ਹੋ ਚੁੱਕਾ ਹੈ ਰਿਹਾਈ ਤੋਂ ਬਾਅਦ, ਇਸ ਸੰਸਾਰ ਤੇ ਨਹੀਂ ਰਿਹਾ। ਸੋ ਉਹਦਾ ਪਿੰਡ ਭੁੱਲਰ ਸੀ ਔਰ ਤਹਿਸੀਲ ਅਜਨਾਲਾ ਸੀਗਾ। ਸੋ ਮੈਂ ਸਮਝਦਾ ਕਿ ਜਿਹੜੇ ਸਿੰਘ ਰਿਹਾ ਹੋ ਚੁੱਕੇ ਨੇ ਉਹਨਾਂ ਦੀ ਤੇ ਇਸ ਸੂਚੀ ਦੇ ਵਿੱਚ ਨਾਂ ਦਾ ਕੋਈ ਤੁੱਕ ਹੀ ਨਹੀਂ ਬਣਦੀ, ਕੋਈ ਅਰਥ ਹੀ ਨਹੀਂ ਬਣਦਾ। ਅਗਰ ਇਹ ਮੰਨਿਆ ਜਾਵੇ ਕਿ ਇਹ 8 ਨਾਂ ਇਹੀ ਨਾਂ ਨੇ, ਫਿਰ ਤਾਂ ਇੱਕ ਮਜ਼ਾਕ ਹੈ ਕੌਮ ਦੇ ਨਾਲ। ਲੇਕਿਨ ਨਹੀਂ, ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰੀਏ ਕਿ ਅਖਬਾਰਾਂ ਕੀ ਕਹਿ ਰਹੀਆਂ। ਅਸੀਂ ਇਹ ਵੇਟ ਕਰੀਏ ਕਿ ਗਵਰਨਮੈਂਟ ਆਫ ਇੰਡੀਆ ਆਫੀਸ਼ੀਅਲੀ ਉਹ 8 ਨਾਂ ਰਿਲੀਜ਼ ਕਰੇ ਕਿ ਉਹ ਕਿਹੜੇ 8 ਨਾਂ ਨੇ ਜਿਨ੍ਹਾਂ ਨੂੰ ਉਹ ਛੱਡਣ ਜਾ ਰਹੀ ਹੈ। ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਪ੍ਰੋਫੈਸਰ ਭੁੱਲਰ ਦਾ ਨਾਂ ਅਖਬਾਰਾਂ ਨੇ ਨਹੀਂ ਲਾਇਆ, ਪਰ ਇੱਕ ਅਖਬਾਰ ਹਿੰਦੁਸਤਾਨ ਟਾਈਮ ਨੇ ਲਗਾਇਆ ਹੈ। ਭੁੱਲਰ ਸਾਹਿਬ, ਲਾਲ ਸਿੰਘ, ਗੁਰਦੀਪ ਸਿੰਘ ਰਾਜੋਆਣਾ ਦੀ ਡੈਥ ਸੈਂਟੈਂਸ ਨੂੰ ਕਮਿਊਟ ਕਰਨ ਤੋਂ ਬਿਨਾਂ ਜਾਂ ਜਿਹੜੇ ਬੇਅੰਤ ਸਿੰਘ ਦੇ ਹੋਰ ਨੇ ਜਿਨ੍ਹਾਂ ਦੀ ਰਿਹਾਈ ਬਣਦੀ ਹੈ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਉਹਨਾਂ ਦੀ ਰਿਹਾਈ ਬਣਦੀ ਹੈ ਕਿਉਂਕਿ ਉਹਨਾਂ ਨੇ ਵੀ 25-25 ਸਾਲ ਭੁਗਤ ਲਏ ਨੇ ਔਰ ਉਹਨਾਂ ਦੀ ਲਾਈਫ ਸੈਂਟੈਂਸ ਜਿਹੜੀ ਪੂਰੀ ਹੋ ਚੁੱਕੀ ਹੈ। ਅਗਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਫਿਰ ਇਹ ਐਕਸਰਸਾਈਜ਼ ਜਿਹੜੀ ਬੇਅਰਥ ਹੋਏਗੀ। ਜਿਵੇਂ ਭੁੱਲਰ ਸਾਹਿਬ ਦੀ ਗੱਲ ਹੋ ਗਈ ਕਿ ਭੁੱਲਰ ਸਾਹਿਬ ਜਿਹੜੇ ਆ ਉਹਨਾਂ ਦਾ ਨਾਮ ਵੀ ਹੈਗਾ ਵਾ ਵਿੱਚ ਉਹਦੇ। ਇਸ ਤੋਂ ਇਲਾਵਾ ਗੱਲ ਕਰੀਏ ਜਿਵੇਂ ਇਹਨਾਂ ਨੇ ਨਾਮ ਨਾ ਦੱਸਣ ਦੀ ਗੱਲ ਜੇ ਆਵੇ ਤੇ ਸਰਕਾਰ ਦੀ ਇਹਦੇ ਪਿੱਛੇ ਕੀ ਮਨਸ਼ਾ ਹੋ ਸਕਦੀ, ਕਿਉਂਕਿ ਇਹਨਾਂ ਨੇ ਕਾਲੀ ਸੂਚੀ ਵੀ ਖਤਮ ਕਰਨ ਦੀ ਗੱਲ ਕੀਤੀ, ਨਾਮ ਉਹਦੇ ਵਿੱਚ ਵੀ ਨਹੀਂ ਦੱਸੇ ਗਏ। ਸੋ ਹੁਣ ਵੀ ਇੱਕ ਰਿਲੀਜ਼ ਕਰ ਦਿੱਤਾ ਗਿਆ ਕਿ ਹਾਂ ਸਿੰਘ ਛੱਡੇ ਜਾਣਗੇ, ਪਰ ਨਾਮ ਪਤਾ ਨਹੀਂ ਕਿਹੜੇ ਕਿਹੜੇ ਛੱਡੇ ਜਾਣਗੇ। ਸਰਕਾਰ ਦੀ ਹਮੇਸ਼ਾ ਮਲਟੀਪਰਪਸ ਸਟ੍ਰੈਟਜੀ ਹੁੰਦੀ ਹੈ। ਜਦੋਂ ਉਹ ਕਿਸੇ ਨਾਂ ਨੂੰ ਫਲੋਟ ਕਰਦੀ, ਕਿਸੇ ਆਈਡੀਏ ਨੂੰ, ਆਪਣੇ ਮੂਵ ਨੂੰ, ਆਪਣੇ ਸਟੈਪ ਨੂੰ, ਜਿਹੜਾ ਉਹਦਾ ਕਦਮ ਹੁੰਦਾ ਹੈ, ਉਹਨੂੰ ਜਦੋਂ ਫਲੋਟ ਕਰਦੀ ਹੈ ਪਹਿਲਾਂ ਤੇ ਉਹ ਕੌਮ ਦੇ ਅੰਦਰ ਰਿਐਕਸ਼ਨ ਦੇਖਦੀ ਹੈ। ਉਹਨਾਂ ਦੀ ਇੰਟੈਲੀਜੈਂਸ ਰਿਐਕਸ਼ਨ ਇਕੱਠਾ ਕਰਕੇ ਸਰਕਾਰ ਨੂੰ ਦਿੰਦੀ ਹੈ ਕਿ ਤੁਹਾਡੇ ਇਸ ਸਟੈਪ ਦੇ ਨਾਲ ਤੁਹਾਨੂੰ ਕੀ ਫਾਇਦਾ ਹੋਣ ਜਾ ਰਿਹਾ। ਆਪੋਜੀਸ਼ਨ ਪਾਰਟੀਆਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਕਿ ਉਹ ਆਪਣਾ ਰੌਲਾ ਪਾ ਸਕਦੇ ਨੇ। ਜਿਵੇਂ ਰਾਜੋਆਣੇ ਦੇ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਡੈਥ ਸੈਂਟੈਂਸ ਕਮਿਊਟ ਹੋਣ ਦੀ ਗੱਲ ਕੀਤੀ ਗਈ ਹੈ ਤੇ ਬੇਅੰਤ ਸਿੰਘ ਪਰਿਵਾਰ ਨੂੰ ਰੌਲਾ ਪਾਉਣ ਦਾ ਮੌਕਾ ਦਿੱਤਾ ਗਿਆ ਤਾਂ ਕਿ ਜੋ ਉਹਨਾਂ ਦੇ ਅੰਦਰ ਗੁਬਾਰ ਹੈ ਉਹ ਕੱਢ ਲੈਣ, ਜੋ ਉਹ ਕਰਨਾ ਚਾਹੁੰਦੇ ਨੇ ਉਹ ਕਰ ਲੈਣ। ਤੋ ਇਸ ਤਰੀਕੇ ਦੇ ਨਾਲ ਸਰਕਾਰ ਪਹਿਲਾਂ ਅਨਆਫੀਸ਼ੀਅਲੀ ਆਪਣਾ ਜਿਹੜਾ ਮੂਵ ਹੈ ਉਹਨੂੰ ਪਬਲਿਕ ਦੇ ਵਿੱਚ ਸੁੱਟਦੀ ਹੈ ਔਰ ਦੇਖਣਾ ਚਾਹੁੰਦੀ ਹੈ ਕਿ ਪਬਲਿਕ ਦੇ ਵਿੱਚ ਕੀ ਰਿਐਕਸ਼ਨ ਆਉਂਦਾ। ਜਿਹੜੇ ਕੌਮ ਪ੍ਰਸਤ ਨੇ, ਜਿਹੜੇ ਉਸ ਧਿਰ ਦੇ ਨਾਲ ਸੰਬੰਧਿਤ ਨੇ, ਉਹ ਇਹਨੂੰ ਕਿੰਨਾ ਕੁ ਵੈਲਕਮ ਕਰਦੇ ਨੇ ਤੇ ਆਪੋਜੀਸ਼ਨ ਵਾਲੇ ਇਹਨੂੰ ਕਿੰਨਾ ਕੁ ਕ੍ਰਿਟੀਸਾਈਜ਼ ਕਰਦੇ ਨੇ। ਸੋ ਇਹ ਇੱਕ ਟੂ ਟੈਸਟ ਦੀ ਵਾਟਰਸ
ਇਹਨਾਂ ਨੂੰ ਇੰਗਲਿਸ਼ 'ਚ ਕਹਾਂਗੇ ਕਿ ਪਾਣੀ ਦਾ ਸਤਰ ਦੇਖਣ ਲਈ, ਭਾਂਪਣ ਲਈ ਕਿ ਕੌਮ ਦੇ ਵਿੱਚ ਕਿੰਨਾ ਕੁ ਰਿਐਕਸ਼ਨ ਆਉਂਦਾ, ਪਬਲਿਕ 'ਚ ਕਿੰਨਾ ਆਉਂਦਾ ਤੇ ਓਪੋਜੀਸ਼ਨ ਦੇ ਵਿੱਚ ਕਿੰਨਾ ਕੁ ਆਉਂਦਾ। ਇਸ ਕਰਕੇ ਇਹ ਗੱਲਾਂ ਪਹਿਲਾਂ ਅਨਆਫੀਸ਼ੀਅਲੀ ਫਲੋਟ ਕੀਤੀਆਂ ਜਾਂਦੀਆਂ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਜਿਹੜੀ ਉਹ ਦਿੱਤੀ ਗਈ। ਰਾਸ਼ਟਰਪਤੀ ਦੇ ਕੋਲ ਉਹ ਇੱਕ ਅਪੀਲ ਵੀ ਜਿਹੜੀ ਗਈ, ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜਾਂ ਕਹਿ ਲਿਆ ਜਾਵੇ ਕਿ ਅਕਾਲੀ ਦਲ ਕਹਿ ਰਿਹਾ ਸੀ ਅਸੀਂ ਉਹਦੇ ਉੱਤੇ ਸਾਰਾ ਕੁਝ ਦੇਖ ਰਹੇ ਹਾਂ। ਉਸ ਨੂੰ ਹੁਣ ਇਹ ਜਿਹੜਾ ਆ ਉਹ ਬਦਲ ਕੇ ਤੇ ਹੁਣ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਵਿੱਚ ਕੀਤਾ ਗਿਆ। ਕੀ ਇਹਦੇ ਵਿੱਚ ਵੀ ਹੁਣ ਕੋਈ ਫਰਕ ਜਿਹੜਾ ਆ ਉਹ ਹੈਗਾ ਆ ਕਿ ਉਮਰ ਕੈਦ ਦੀ ਗੱਲ ਕਰੀਏ ਤਾਂ ਪਹਿਲਾਂ ਹੀ ਉਹ ਸਜ਼ਾ ਤੇ ਪੂਰੀ ਕਰ ਚੁੱਕੇ ਆ, ਹੁਣ ਫਾਂਸੀ ਦੀ ਸਜ਼ਾ ਜਿਹੜੀ ਆ ਜੇਕਰ ਉਹ ਮਾਫ ਹੁੰਦੀ ਆ ਤਾਂ ਕੀ ਬਲਵੰਤ ਸਿੰਘ ਰਾਜੋਆਣਾ ਬਾਹਰ ਆ ਸਕਣਗੇ? ਕਿਉਂਕਿ ਬੇਅੰਤ ਸਿੰਘ ਦਾ ਪਰਿਵਾਰ ਜਿਹੜਾ ਉਹ ਵੀ ਇਸ ਗੱਲ ਨੂੰ ਲੈ ਕੇ ਕੋਰਟ 'ਚ ਜਾਣ ਦੀ ਗੱਲ ਵੀ ਕਰ ਰਿਹਾ ਹੈ ਕਿ ਉਹ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾ ਹੁੰਦਿਆਂ ਨਹੀਂ ਦੇਖ ਸਕਦੇ, ਸਾਰੀ ਉਮਰ ਜੇਲ੍ਹ 'ਚ ਹੀ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ। ਦੇਖੋ, ਇਹ ਗਵਰਨਮੈਂਟ ਤੇ ਡਿਪੈਂਡ ਕਰਦਾ ਹੈ। ਜਿਹੜਾ ਪ੍ਰੈਜ਼ੀਡੈਂਟ ਆਰਡੀਨੈਂਸ ਜਾਰੀ ਕਰਨਗੇ, ਜਦੋਂ ਉਹਨਾਂ ਦੀ ਰਿਹਾਈ, ਗਵਰਨਮੈਂਟ ਪ੍ਰੈਜ਼ੀਡੈਂਟ ਜਿਹੜਾ ਵੀ ਆਰਡੀਨੈਂਸ ਜਾਰੀ ਕਰਨਗੇ ਔਨ ਦੀ ਰਿਕਮੈਂਡੇਸ਼ਨਸ ਆਫ ਹੋਮ ਮਿਨਿਸਟਰੀ ਤੇ ਲਾਅ ਮਿਨਿਸਟਰੀ ਕਰਨਗੇ। ਇਹ ਗੱਲ ਪਹਿਲਾਂ ਤੈਅ ਹੈ, ਪ੍ਰੋਸੀਜਰ ਹੈ ਜਿਹੜਾ। ਜੋ ਵੀ ਪ੍ਰੈਜ਼ੀਡੈਂਟ ਆਰਡੀਨੈਂਸ ਜਾਰੀ ਕਰਨਗੇ, ਜਦੋਂ ਉਹ ਇਹਨਾਂ ਦੀ ਡੈਥ ਸੈਂਟੈਂਸ ਕਮਿਊਟ ਕਰਨਗੇ, ਬਦਲਣਗੇ, ਇਹ ਦੇਖਣਾ ਹੋਏਗਾ ਕਿ ਉਹ ਲਿਖਦੇ ਕੀ ਨੇ। ਕਿ ਉਹ ਲਿਖਦੇ ਨੇ ਕਿ ਉਹ ਲਾਈਫ ਸੈਂਟੈਂਸ ਦੇ ਵਿੱਚ ਕਨਵਰਟ ਕੀਤੀ ਜਾਂਦੀ ਹੈ, ਕਿ ਉਹ ਲਾਈਫ ਸੈਂਟੈਂਸ ਟਿਲ ਡੈਥ ਦੇ ਵਿੱਚ ਕਮਿਊਟ ਕੀਤੀ ਜਾਂਦੀ ਹੈ। ਅਗਰ ਉਹ ਟਿਲ ਡੈਥ ਦੇ ਵਿੱਚ ਕਮਿਊਟ ਕੀਤੀ ਜਾਂਦੀ ਹੈ, ਫਿਰ ਉਹ ਜਥੇਦਾਰ ਜਗਤਾਰ ਸਿੰਘ ਜਿਹੜੇ ਜੇਲ੍ਹ ਦੇ ਵਿੱਚ ਨੇ ਹਵਾਰਾ, ਉਹਨਾਂ ਦੇ ਕੈਟਾਗਰੀ ਦੇ ਵਿੱਚ ਫਾਲ ਕਰਨਗੇ। ਫਿਰ ਉਹ ਕੋਰਟ ਦੇ ਵਿੱਚ ਚੈਲੰਜੇਬਲ ਹੋ ਸਕਦੀ ਹੈ, ਕਿਉਂਕਿ ਜਗਤਾਰ ਸਿੰਘ ਉਹਨਾਂ ਨੇ ਵੀ ਆਪਣੀ ਜਿਹੜੀ ਉਹਨਾਂ ਦੀ ਕੇਸ ਹੈ ਉਹ CBI, ਉਹਨਾਂ ਨੇ CBI ਨੇ ਉਹਨਾਂ ਦੇ ਜਿਹੜਾ ਡੈਥ ਸੈਂਟੈਂਸ ਕਮਿਊਟ ਕੀਤੀ ਸੀ ਨਾ, ਸੌਰੀ ਕਮਿਊਟ ਨਹੀਂ ਸੀ ਕੀਤੀ, ਹਾਈ ਕੋਰਟ ਨੇ ਉਹਨਾਂ ਦੀ ਡੈਥ ਸੈਂਟੈਂਸ ਖਤਮ ਕੀਤੀ ਸੀ, ਔਰ ਖਤਮ ਕਰਨ ਤੋਂ ਬਾਅਦ ਉਹਨਾਂ ਨੂੰ ਲਾਈਫ ਟਿਲ ਡੈਥ ਦਿੱਤੀ ਸੀ। CBI ਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤੀ ਹੋਈ ਹੈ ਹਾਈ ਕੋਰਟ ਦਾ ਫੈਸਲਾ। ਸੋ ਉਹਨਾਂ ਦਾ ਜਿਹੜਾ ਕੇਸ ਹੈ ਉਹ ਸਬਜੂਡਾਈਜ਼ ਹੈ, ਸੁਪਰੀਮ ਕੋਰਟ ਦੇ ਵਿੱਚ ਹੈ। ਸੋ ਇਸ ਜਿਹੜੀ ਰਿਹਾਈਆਂ ਦਾ ਜਿਹੜਾ ਦੌਰ ਚੱਲ ਰਿਹਾ, ਜਿਹੜਾ ਇੱਕ ਮੂਵ ਚੱਲ ਰਿਹਾ, ਇਹਦੇ ਵਿੱਚ ਉਹਨਾਂ ਦਾ ਨਾਂ ਇਸ ਕਰਕੇ ਸ਼ਾਮਲ ਨਹੀਂ ਅਸੀਂ ਦੇਖ ਰਹੇ ਕਿਉਂਕਿ ਉਹਨਾਂ ਦਾ ਜਿਹੜਾ ਕੇਸ ਹੈ ਸਬਜੂਡਾਈਜ਼ ਹੈ। ਤੋ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਸਰਕਾਰ ਤੇ ਪ੍ਰੈਜ਼ੀਡੈਂਟ ਇਹਨਾਂ ਦੀ ਲਾਈਫ ਸੈਂਟੈਂਸ ਦੇ ਵਿੱਚ ਕਮਿਊਟ ਕਰਦੇ ਨੇ ਕਿ ਟਿਲ ਡੈਥ ਵਰਡ ਪਾਉਂਦੇ ਨੇ। ਅਗਰ ਉਹ ਕੇਵਲ ਲਾਈਫ ਸੈਂਟੈਂਸ ਹੀ ਲਿਖਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਰਿਹਾਈ ਦਾ ਸੈਕਿੰਡ ਫੇਜ਼ ਸ਼ੁਰੂ ਹੋਏਗਾ, ਪ੍ਰਕਿਰਿਆ ਸ਼ੁਰੂ ਹੋਏਗੀ। ਨਿਰਸੰਦੇਹ ਬਿਨਾਂ ਸ਼ੱਕ ਇਹਨਾਂ ਦੀ ਰਿਹਾਈ ਬਣੇਗੀ, ਪਰ ਇੱਕ ਵਾਰ ਇਹਨਾਂ ਦੀ ਜਿਹੜੀ ਡੈਥ ਸੈਂਟੈਂਸ ਹੈ ਉਹ ਕਮਿਊਟ ਹੋਵੇ ਲਾਈਫ ਸੈਂਟੈਂਸ ਦੇ ਵਿੱਚ। ਇਸ ਤੋਂ ਅਗਲੀ ਗੱਲ ਕਰੀਏ ਤਾਂ ਜੇਕਰ ਬੇਅੰਤ ਸਿੰਘ ਦਾ ਪਰਿਵਾਰ ਜਿਹੜਾ ਆ ਉਹ ਜੇਕਰ ਕੋਰਟ ਦੇ ਵਿੱਚ ਜਾਂਦਾ ਆ ਜਾਂ ਪ੍ਰਧਾਨ ਮੰਤਰੀ ਨੂੰ ਮਿਲਦੇ ਆ, ਤਾਂ ਜਿਹੜਾ ਰਾਸ਼ਟਰਪਤੀ ਨੇ ਫੈਸਲਾ ਦੇ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਮੈਂ ਸਮਝਦਾ ਹਾਂ ਕਿ ਕੋਰਟ ਨੇ ਵੀ ਉਸ ਚੀਜ਼ ਨੂੰ ਜੋ ਡਿਸਾਈਡ ਰਾਸ਼ਟਰਪਤੀ ਨੇ ਕਰ ਦਿੱਤਾ ਹੈ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਸ਼ਾਇਦ ਨਹੀਂ ਮੰਨਣਾ। ਦੇਖੋ, ਬੇਅੰਤ ਸਿੰਘ ਦਾ ਪਰਿਵਾਰ ਜੋ ਹੱਥ ਪੱਲਾ ਮਾਰ ਰਿਹਾ ਨਾ, ਉਹ ਆਪਣੇ ਇੱਕ ਤਾਂ ਉਹਨਾਂ ਦੀ ਇਹਦੇ ਵਿੱਚ ਪੋਲੀਟਿਕਸ ਹੈ, ਕਿਉਂਕਿ ਉਹਨਾਂ ਦੇ ਘਰ ਦਾ ਜੀ ਹੈ, ਉਹ ਕਾਂਗਰਸ ਦੀਆਂ ਸੈਂਟੀਮੈਂਟਸ ਨੂੰ ਐਕਸਪਲੋਇਟ ਕਰ ਰਹੇ ਨੇ, ਔਰ ਉਹਨਾਂ ਦੀ ਪੋਲੀਟਿਕਸ ਦੇ ਨਾਲ ਨਾਲ ਉਹਨਾਂ ਦਾ ਆਪਣਾ ਇੱਕ ਪਰਸਨਲ ਗਰਜ ਵੀ ਹੈ। ਸੋ ਉਹਨਾਂ ਦਾ ਇਹ ਕਹਿਣਾ ਔਰ ਜੋ ਵੀ ਉਹ ਸਟੈਪ ਲੈ ਰਹੇ ਨੇ, ਉਹ ਨਰਿੰਦਰ ਮੋਦੀ ਨੂੰ ਮਿਲਣ ਲਈ ਉਹਨਾਂ ਨੇ ਲੈਟਰ ਲਿਖੀ ਹੈ, ਉਹ ਪ੍ਰੈਜ਼ੀਡੈਂਟ ਕੋਲ ਵੀ ਜਾਣਗੇ, ਉਹ ਹੋਮ ਮਿਨਿਸਟਰ ਕੋਲ ਵੀ ਜਾਣਗੇ, ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਣਗੇ। ਪਰ ਇਹ ਸਾਰੇ ਪ੍ਰਕਿਰਿਆ ਪ੍ਰੈਜ਼ੀਡੈਂਟ ਦੇ ਆਰਡੀਨੈਂਸ ਤੋਂ ਪਹਿਲਾਂ ਦਾ ਹੈ। ਲੇਕਿਨ ਮੈਂ ਇਸ ਤੋਂ ਵੱਡੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ। ਦੇਖੋ, ਸਾਡੇ ਸਾਹਮਣੇ ਇੱਕ ਉਦਾਹਰਣ ਹੈ ਰਾਜੀਵ ਗਾਂਧੀ ਕੇਸ ਦੇ ਵਿੱਚ। ਜਦੋਂ ਰਾਜੀਵ ਗਾਂਧੀ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਸੀ, ਰਾਜੀਵ ਗਾਂਧੀ ਨੂੰ, ਜਦੋਂ ਉਹਨਾਂ ਦੇ ਛੱਡਣ ਦੀ ਗੱਲ ਆਈ ਤਾਂ ਗਾਂਧੀ ਪਰਿਵਾਰ ਨੇ ਵੀ ਆਪਣੀਆਂ ਸਟੇਟਮੈਂਟਸ ਦਿੱਤੀਆਂ ਸੀਗੀਆਂ, ਨੋ ਡਾਊਟ, ਹੈ ਨਾ। ਪਰ ਇੰਡੀਆ ਇਸਲਾਮਿਕ ਲਾਜ਼ ਦੇ ਉੱਤੇ ਨਿਰਭਰ ਨਹੀਂ ਹੈ, ਇਸਲਾਮਿਕ ਲਾਜ਼ ਦੇ ਉੱਤੇ ਨਹੀਂ ਚੱਲਦਾ, ਜਿਹਦੇ ਵਿੱਚ ਇਹ ਇੱਕ ਪ੍ਰੋਵੀਜ਼ਨ ਹੁੰਦਾ ਹੈ ਕਿ ਜਿਸ ਦੇ ਘਰ ਦਾ ਜਿਹੜਾ ਵਿਅਕਤੀ ਮਰਿਆ ਹੁੰਦਾ ਉਹਦੇ ਘਰਦਿਆਂ ਦੀ ਰਾਏ ਲਈ ਜਾਂਦੀ ਹੈ। ਸੋ ਇੰਡੀਅਨ ਲਾਜ਼ ਦੇ ਤਹਿਤ, ਇੰਡੀਅਨ ਕਨਸਟੀਟਿਊਸ਼ਨ ਦੇ ਤਹਿਤ ਫੈਮਲੀਜ਼ ਮੈਟਰ ਨਹੀਂ ਕਰਦੀਆਂ। ਅਗਰ ਮੈਟਰ ਕਰਦੀਆਂ ਨੇ ਤੇ ਓਨਲੀ ਪੋਲੀਟੀਕਲੀ। ਸੋ ਸਿਰਫ ਇੱਕ ਪੋਲੀਟੀਕਲੀ ਮੈਟਰ ਕਰਦੀਆਂ ਨੇ ਕਿ ਉਹਨਾਂ ਦੀ ਇੱਕ ਰਾਏ ਪੋਲੀਟਿਕਸ ਦੇ ਵਿੱਚ ਮੈਟਰ ਕਰਦੀ ਹੈ।
ਪਰ ਐਜ਼ ਪਰ ਲਾਅ ਉਹਨਾਂ ਦੀ ਕੋਈ ਇਹਦੇ ਵਿੱਚ ਕੋਈ ਲੀਗਲ ਪੋਜੀਸ਼ਨ ਨਹੀਂ ਹੁੰਦੀ। ਸੋ ਆਪਾਂ ਇਸ ਗੱਲ ਨੂੰ ਇੰਪੋਰਟੈਂਸ ਨਾ ਦਿੱਤਾ ਜਾਵੇ ਕਿ ਉਹਦੀ ਫੈਮਿਲੀ ਕੀ ਕਹਿ ਰਹੀ ਹੈ। ਠੀਕ ਹੈ, ਫੈਮਿਲੀ ਨੇ ਕਹਿਣਾ ਹੈ ਔਰ ਉਹਨਾਂ ਦੇ ਕੋਲ ਆਪਣਾ ਰਾਈਟ ਹੈ, ਉਹਨਾਂ ਨੂੰ ਕਹਿਣ ਦਿੱਤਾ ਜਾਵੇ। ਪਰ ਫੈਮਿਲੀ ਦਾ ਲੀਗਲ ਸਟੇਟਸ ਕੁਝ ਨਹੀਂ ਹੁੰਦਾ ਐਜ਼ ਫਾਰ ਐਜ਼ ਕੇਸ ਇਜ਼ ਕੰਸਰਨਡ। ਪੋਲੀਟਿਕਸ ਹੈਗੀ ਹੈ, ਨਿਊਜ਼ ਹੈਗੀ ਹੈ, ਜੋ ਉਹਨਾਂ ਨੇ ਆਪਣਾ ਗੁੱਸਾ ਅਗਲਾ ਕੱਢਣਾ, ਉਹਨਾਂ ਨੇ ਇੱਥੋਂ ਤੱਕ ਹੀ ਸੀਮਤ ਹੋਣਾ। ਪਰ ਉਹਨਾਂ ਨੂੰ ਵੀ ਚਾਹੀਦਾ ਕਿ ਜਿਸ ਤਰ੍ਹਾਂ ਦੇਖੋ ਰਾਜੀਵ ਗਾਂਧੀ ਦੇ ਜਿਹੜੇ ਕਿਲਰ ਸੀਗੇ ਤਾਮਿਲ ਲਿੱਟੇ, ਉਹਨਾਂ ਦੇ ਜਿਹੜੇ ਕੈਡਰ ਪਕੜਿਆ ਹੋਇਆ, ਜਿਹੜਾ ਮੇਰੇ ਖਿਆਲ ਹੈ 91 ਤੋਂ ਹੁਣ ਤੱਕ ਜੇਲ੍ਹ 'ਚ ਹੈ, ਹੋ ਗਏ 28 ਈਅਰਸ, 28 ਸਾਲ ਹੋ ਗਏ ਨੇ। ਉਹਨਾਂ ਦੀ ਵੀ ਰਿਹਾਈ ਜੈ ਲਲਿਤਾ ਗੌਰਮੈਂਟ ਨੇ ਇੱਕ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸੈਂਟਰ ਗੌਰਮੈਂਟ ਨੇ ਉਹਨਾਂ ਨੂੰ ਰੋਕ ਦਿੱਤਾ ਕਿਉਂਕਿ ਉਹ ਸੈਂਟਰਲ ਲਾਅਸ ਤਹਿਤ ਉਹਨਾਂ ਨੂੰ ਸਜ਼ਾ ਹੋਈ ਸੀ। ਇਮੀਡੀਏਟਲੀ ਕੇਸ ਜਿਹੜਾ ਉਹ ਸੁਪਰੀਮ ਕੋਰਟ 'ਚ ਮੂਵ ਹੋ ਗਿਆ। ਰਾਹੁਲ ਗਾਂਧੀ ਨੇ ਐਡਵਰਸ ਸਟੇਟਮੈਂਟ ਦਿੱਤੀ, ਜਿਵੇਂ ਹੁਣ ਰਵਨੀਤ ਦੇ ਰਿਹਾ, ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਵੀ ਦਿੱਤੀ ਸੀਗੀ। ਸੋ ਇਹਨਾਂ ਦੇ ਜਿਹੜੇ ਸਟੇਟਮੈਂਟਸ ਨੇ ਉਹ ਮੋਦੀ ਗਵਰਨਮੈਂਟ ਕਿੰਨਾ ਕੁ ਸੀਰੀਅਸਲੀ ਲੈਂਦੇ ਨੇ ਜਾਂ ਉਹਦਾ ਕੋਈ ਇਫੈਕਟ ਪੈਂਦਾ, ਇਹ ਗਵਰਨਮੈਂਟ ਦੇ ਉੱਤੇ ਡਿਪੈਂਡ ਕਰਦਾ। ਪਰ ਲੀਗਲੀ ਇਹਨਾਂ ਦੀਆਂ ਸਟੇਟਮੈਂਟ ਦਾ ਕੋਈ ਅਰਥ ਨਹੀਂ ਹੈ। ਦੂਸਰੀ ਗੱਲ ਕਰੀਏ ਸਿਆਸੀ ਫਾਇਦੇ ਦੀ, ਜਿਵੇਂ ਦਾ ਚੱਲ ਰਿਹਾ ਆ ਹੁਣ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਕੜੱਤਨ ਜਿਹੜੀ ਭਰੀ ਗਈ ਆ, ਉਹ ਕਿਤੇ ਨਾ ਕਿਤੇ ਸੀਟਾਂ ਨੂੰ ਲੈ ਕੇ ਹਰਿਆਣੇ ਦੀਆਂ ਨੂੰ ਵੀ ਹੋਈ ਆ, ਹੋਰ ਵੀ ਗੱਲਾਂ ਹੋਈਆਂ ਨੇ। ਤੇ ਹੁਣ ਇਸ ਗੱਲ ਤੋਂ ਵੀ ਅਕਾਲੀ ਦਲ ਫਿਕਰ ਦੇ ਵਿੱਚ ਹੈਗਾ ਆ ਕਿ ਸਾਨੂੰ ਪੁੱਛੇ ਤੋਂ ਬਿਨਾਂ ਜਿਹੜੇ ਬੰਦੀ ਸਿੰਘ ਆ ਉਹਨਾਂ ਦੇ ਵਿੱਚੋਂ ਇੰਨੇ ਰਿਹਾ ਕਰਨ ਦੀ ਇੱਕ ਸਟੇਟਮੈਂਟ ਸੈਂਟਰ ਨੇ ਜਾਰੀ ਕਰ ਦਿੱਤੀ ਆ। ਕਿਤੇ ਨਾ ਕਿਤੇ ਅਕਾਲੀ ਦਲ ਜ਼ਰੂਰ ਜਿਹੜਾ ਕਿ ਪੰਥਕ ਹੋਣ ਦਾ ਦਾਅਵਾ ਕਰਦਾ ਰਿਹਾ ਆ, ਇੱਥੇ ਵੋਟ ਬੈਂਕ ਵੀ ਉਸਨੇ ਆਪਣਾ ਬਣਾਇਆ ਹੈ ਇਸੇ ਦੇ ਸਿਰ ਦੇ ਉੱਤੇ। ਤੇ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਬੀਜੇਪੀ 2022 ਦੇ ਵਿੱਚ ਕਿਤੇ ਇਕੱਲਿਆਂ ਤਾਂ ਨਹੀਂ ਪੰਜਾਬ ਦੇ ਵਿੱਚ ਆ ਰਹੀ? ਨਹੀਂ, ਮੈਂ ਰਿਹਾਈਆਂ ਦੇ ਮਾਮਲੇ ਦੇ ਵਿੱਚ, ਬਲੈਕ ਲਿਸਟ ਦੇ ਮਾਮਲੇ ਦੇ ਵਿੱਚ ਇਸ ਨੂੰ 2022 ਦੀ ਚੋਣਾਂ ਦੇ ਨਾਲ ਨਹੀਂ ਜੋੜ ਕੇ ਦੇਖ ਰਿਹਾ। ਜਿੱਥੋਂ ਤੱਕ ਗੱਲ ਰਹੀ ਕਿ ਅਕਾਲੀ ਦਲ ਬਾਦਲ ਨੂੰ ਉਹਨਾਂ ਨੇ ਭਰੋਸੇ 'ਚ ਨਹੀਂ ਲਿਆ, ਮੈਂ ਇਸ ਗੱਲ ਦਾ ਵੀ ਇਤਫਾਕ ਨਹੀਂ ਰੱਖਦਾ। ਤੁਹਾਨੂੰ ਯਾਦ ਹੋਵੇਗਾ 15 ਦਿਨ ਪਹਿਲਾਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀ। ਉਸ ਤੋਂ ਅਗਲੇ ਦਿਨ ਇੱਕੋ ਸਟੇਟਮੈਂਟ ਜਾਰੀ ਕੀਤੀ ਗਈ ਸੀ ਜਿਹੜੀ ਅਜੀਤ 'ਚ ਲੱਗੀ ਸੀ ਕਿ ਬੰਦੀ ਸਿੰਘ ਰਿਹਾ ਕੀਤੇ ਜਾਣ। ਜੇ ਤੁਸੀਂ ਸਮਝੋ ਤੇ ਉਹ ਅਕਾਲੀ ਦਲ ਨੂੰ ਉੱਪਰੋਂ ਇਸ਼ਾਰਾ ਆ ਗਿਆ ਸੀ ਕਿ ਤੁਸੀਂ ਇਹ ਡਿਮਾਂਡ ਰੇਜ਼ ਕਰੋ ਕਿਉਂਕਿ ਅਸੀਂ ਇਹਦੇ ਤੇ ਗੰਭੀਰਤਾ ਨਾਲ ਸੋਚ ਰਹੇ ਹਾਂ। ਸੋ ਇਹ ਇਨ ਟਿਊਨ ਨੇ ਅਕਾਲੀ ਦਲ ਤੇ ਜਿਹੜਾ ਮੋਦੀ ਐਡਮਿਨਿਸਟ੍ਰੇਸ਼ਨ ਹੈ, ਇਨ ਟਿਊਨ ਨੇ ਅਕਾਲੀ ਦਲ ਕੋਲੋਂ ਉਹ ਸਟੇਟਮੈਂਟ ਦਵਾਈ ਗਈ ਸੀ। ਸੋ ਇਹ ਇਹਨਾਂ ਨੂੰ ਪਤਾ ਕਿ ਕੀ ਹੋ ਰਿਹਾ। ਹੁਣ ਇਹ ਉਹਦੇ ਤੋਂ ਅਲੱਗ ਇਸ ਕਰਕੇ ਰਹਿੰਦੇ ਨੇ ਕਿ ਜੇ ਕੌਮ ਦੇ ਵਿੱਚ ਕੌਮ ਦੀ ਸੰਤੁਸ਼ਟੀ ਨਾ ਹੋਈ, ਜੇ ਕੌਮ ਨੂੰ ਉਹ ਗੱਲ ਠੀਕ ਨਾ ਲੱਗੀ, ਐਪਰੋਪਰੀਏਟ ਨਾ ਲੱਗੀ, ਤੇ ਘੱਟੋ ਘੱਟ ਇਹ ਆਪਣੇ ਆਪ ਨੂੰ ਉਹ ਤੋਂ ਬਾਹਰ ਰੱਖ ਸਕਦੇ ਨੇ। ਜਿੱਦਾਂ ਬਰਗਾੜੀ ਦੇ ਵਿੱਚ CBI ਦਾ ਨੂੰ ਕੇਸ ਦੇਣਾ, ਇਹ ਨਾਲ ਵੀ ਨੇ, ਇਹਨਾਂ ਦੀ ਮਰਜ਼ੀ ਵੀ ਸ਼ਾਮਿਲ ਹੈ ਤੇ ਇਹਨਾਂ ਨੇ ਆਪਣੇ ਆਪ ਨੂੰ ਅਲੱਗ ਵੀ ਰੱਖਿਆ ਹੋਇਆ। ਸੋ ਇੱਥੇ ਵੀ ਇੱਦਾਂ ਹੀ ਕਰਦੇ ਨੇ। ਸੋ ਦੇਖੋ, ਸਭ ਤੋਂ ਪਹਿਲਾਂ ਵੈਲਕਮ ਵੀ ਇਹੀ ਕਰਦੇ ਨੇ। ਸੋ ਤੁਸੀਂ ਇਹ ਸਮਝੋ ਕਿ ਉਹ ਇਹਨਾਂ ਨੂੰ ਜੂਨੀਅਰ ਪਾਰਟਨਰ ਦੇ ਤੌਰ ਤੇ ਭਰੋਸੇ 'ਚ ਲੈਂਦੇ ਨੇ। ਇਹ ਹੁਣ ਇਸ ਵੇਲੇ ਇਹਨਾਂ ਦੀ ਸਥਿਤੀ ਜਿਹੜੀ ਹੈ ਇੱਕ ਜੂਨੀਅਰ ਪਾਰਟਨਰ ਦੀ ਹੈ। ਜਿਹੜਾ ਇਹ ਮੂਵ ਹੈ, ਦੇਖੋ ਇਹਦਾ ਲਾਰਜਰ ਇੱਕ ਪਿਕਚਰ ਹੈ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ, ਸਾਨੂੰ ਸਮਝਣੀ। ਸਾਡੇ ਤੇ ਕੋਈ ਦਿਆਲ ਨਹੀਂ ਹੋਣ ਜਾ ਰਹੀ ਬੀਜੇਪੀ, ਤੇ ਨਾ ਹੀ ਮੋਦੀ ਨੂੰ ਕੋਈ ਬਹੁਤ ਪਿਆਰ ਜਾਗਿਆ ਸਿੱਖ ਪੰਥ ਤੇ ਜਾਂ ਸਾਡੇ ਨਜ਼ਰਬੰਦਾਂ ਤੇ। ਉਹਨਾਂ ਦੀ ਨਿਗਾਹ 'ਚ ਇਹ ਨਜ਼ਰਬੰਦ ਅੱਜ ਵੀ ਵੱਖਵਾਦੀ ਅੱਤਵਾਦੀ ਹੀ ਨੇ। ਸਾਡੇ ਨਾਲ ਉਹਨਾਂ ਦੇ ਅੰਦਰ ਕੋਈ ਪਿਆਰ ਨਹੀਂ ਹੈ। ਉਹਨਾਂ ਨੂੰ ਪਤਾ ਹੈ ਕਿ ਸਿੱਖ ਪੰਥ ਦੇ ਅੰਦਰ ਆਪਣਾ ਰਾਜ ਭਾਗ ਹਾਸਲ ਕਰਨ ਦੀ ਜਿਹੜੀ ਇੱਛਾ ਤੇ ਤਮੰਨਾ ਹੈ ਉਹ ਪਹਿਲੇ ਨਾਲੋਂ ਵੀ ਵੱਧ ਪ੍ਰਬਲ ਹੈ। ਸੋ ਉਹ ਸਾਨੂੰ ਕਦੇ ਵੀ ਸਿੰਪੈਥੈਟਿਕ ਤੌਰ ਤੇ ਨਹੀਂ ਦੇਖਦੇ ਜਾਂ ਸਿੰਪੈਥੈਟਿਕ ਵਿਊ ਨਹੀਂ ਸਾਡੇ ਪ੍ਰਤੀ ਰੱਖਦੇ। ਪੋਲਿਟਿਕਸ ਦੇ ਵਿੱਚ ਹਮੇਸ਼ਾ ਟਾਈਮਿੰਗ ਮੈਟਰ ਕਰਦੀ ਹੈ। ਹੁਣ ਕਿਉਂ 22 ਵੀ ਦੂਰ ਹੈ ਤੇ ਹੋਰ ਸਾਰੀਆਂ ਜਿਹੜੀਆਂ ਵਰਲਡ ਓਵਰ ਡਿਵੈਲਪਮੈਂਟਸ ਨੇ ਉਹਨੂੰ ਵੀ ਅਗਰ ਤੁਸੀਂ ਇੱਕ ਪਾਸੇ ਰੱਖ ਦਿਓ, ਤੇ ਸਭ ਤੋਂ ਇੰਪੋਰਟੈਂਟ ਜਿਹੜਾ ਉਹਨਾਂ ਨੇ ਇਹ ਟਾਈਮਿੰਗ ਯੂਜ਼ ਕੀਤਾ ਉਹ ਹੈਗਾ ਕਸ਼ਮੀਰ। ਬਿਲਕੁਲ, ਮੈਂ ਵੀ ਇਹੀ ਗੱਲ ਤੁਹਾਨੂੰ ਪੁੱਛਣ ਲੱਗਾ ਸੀ ਕਿ ਕਸ਼ਮੀਰ ਦੇ ਨਾਲ ਲਿੰਕ ਤਾਂ ਨਹੀਂ ਕਰਦਾ ਕਿ ਜਿਵੇਂ ਧਰਨੇ ਪ੍ਰਦਰਸ਼ਨ ਚੱਲ ਰਹੇ, ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਇੰਡੀਆ ਦੇ ਵਿੱਚੋਂ ਪੰਜਾਬ 'ਚੋਂ ਆਵਾਜ਼ ਜਿਹੜੀ ਆ ਕਸ਼ਮੀਰ ਦੇ ਹੱਕ 'ਚ ਉੱਠੀ ਆ, ਉਸ ਚੀਜ਼ ਨੂੰ ਸ਼ਾਇਦ ਘੱਟ। ਇਹ ਸਾਰੀ ਚੀਜ਼ ਜਿਹੜਾ ਸਾਡੇ ਤੇ ਪਿਆਰ ਡੋਲਿਆ ਜਾ ਰਿਹਾ, ਸੋ ਕਾਲਡ ਪਿਆਰ ਡੋਲਿਆ ਜਾ ਰਿਹਾ, ਇਹ ਬਿਕੋਜ਼ ਆਫ ਕਸ਼ਮੀਰ ਹੈ। ਇਹ ਇੰਡੀਅਨ ਗਵਰਨਮੈਂਟ ਦੀ
ਪੁਰਾਣੀ ਫਿਤਰਤ ਹੈ, ਚਾਣਕਿਆ ਦੀ ਨੀਤੀ ਹੈ ਡਿਵਾਈਡ ਐਂਡ ਰੂਲ। ਇਹ ਕਸ਼ਮੀਰ ਨੂੰ ਕੁੱਟ ਰਹੇ ਨੇ, ਮਾਰ ਰਹੇ ਨੇ, ਲਹੂ ਲੁਹਾਨ ਕਰ ਰਹੇ ਨੇ, ਸਾਡੇ ਤੇ ਆਪਣਾ ਪਿਆਰ ਡੋਲ ਰਹੇ ਨੇ। ਇਹਨਾਂ ਨੂੰ ਇਹ ਪਤਾ ਹੈ ਕਿ ਕਸ਼ਮੀਰ ਦੇ ਮਾਮਲੇ ਦੇ ਵਿੱਚ ਜੋ ਕਸ਼ਮੀਰ ਦੇ ਨਾਲ ਇਹ ਕਰ ਰਹੇ ਨੇ, ਜੋ ਕਸ਼ਮੀਰੀਆਂ ਦੇ ਨਾਲ ਇਹ ਕਰ ਰਹੇ ਨੇ, ਇਹਨਾਂ ਨੂੰ ਪਤਾ ਹੈ ਕਿ ਪੰਜਾਬੀ ਜਿਹੜੇ ਉਹਨਾਂ ਨੂੰ ਆਪਣਾ ਗਵਾਂਢੀ ਸਮਝਦੇ ਨੇ, ਆਪਣਾ ਹਮਸਫਰ ਸਮਝਦੇ ਨੇ, ਜਿਨ੍ਹਾਂ ਨਾਲ ਸਾਡੀ ਸਾਂਝ ਹੈ, ਉਹਨਾਂ ਦੇ ਨਾਲ ਖੜੇ ਨੇ। ਜੇਕਰ ਸਿੱਖਾਂ ਨੂੰ, ਪੰਜਾਬੀਆਂ ਨੂੰ ਤੇ ਡਾਇਸਪੋਰਾ ਦੇ ਵਿੱਚ ਜਿਹੜੇ ਖਾਸ ਤੌਰ ਤੇ ਸਾਡੇ ਸਿੱਖ ਨੇ, ਉਹਨਾਂ ਨੂੰ ਨਖੇੜਨਾ ਕਸ਼ਮੀਰੀਆਂ ਤੋਂ, ਤੇ ਸਾਨੂੰ ਇਹਨਾਂ ਵੱਲ ਕੋਈ ਨਾ ਕੋਈ ਇਹੋ ਜਿਹਾ ਸਟੈਪ ਲੈਣਾ ਪਏਗਾ ਜਿਹਦੇ ਨਾਲ ਇਹ ਖੁਸ਼ ਹੋਣ। ਸੋ ਬਲੈਕ ਲਿਸਟ ਦਾ ਖਤਮ ਕਰਨਾ ਟਾਈਮਿੰਗ ਸੀ। ਮੋਦੀ ਨੇ ਯੂਨਾਈਟਿਡ ਨੇਸ਼ਨਸ ਜਾਣਾ ਸੀ, ਮੋਦੀ ਨੇ USA ਹਾਊਸਟਨ ਜਾਣਾ ਸੀ, ਮੋਦੀ ਨੇ ਫੋਰਨ ਟ੍ਰਿਪਸ ਕਰਨੇ ਸੀ। ਉਹਨਾਂ ਨੇ ਕਿਹਾ ਪਹਿਲਾਂ ਤੇ ਬਲੈਕ ਲਿਸਟ ਖਤਮ ਕਰੋ। ਸੋ ਉਹਨਾਂ ਨੇ ਇਹ ਇੱਕ ਪੱਤਾ ਸੁੱਟਿਆ, ਪਰ ਉਹਦਾ ਉਹਨਾਂ ਨੂੰ ਕੋਈ ਬਹੁਤ ਫਾਇਦਾ ਨਹੀਂ ਹੋਇਆ। ਉਸ ਮੋਦੀ ਦੇ ਹਾਊਸਟਨ ਵੀ ਤੇ ਯੂਨਾਈਟਿਡ ਨੇਸ਼ਨਸ ਦੇ ਜਿਹੜਾ ਉਹਨੇ ਐਡਰੈਸ ਕੀਤਾ, ਉਹਦੇ ਬਾਹਰ ਮੈਸਿਵ ਪ੍ਰੋਟੈਸਟ ਹੋਇਆ, ਜ਼ਬਰਦਸਤ ਪ੍ਰੋਟੈਸਟ ਹੋਇਆ, ਮੁਜ਼ਾਹਰਾ ਹੋਇਆ। ਕਸ਼ਮੀਰੀਆਂ ਨੇ ਤੇ ਸਿੱਖਾਂ ਨੇ ਰਲ ਕੇ ਕੀਤਾ। ਹੁਣ ਜਿਹੜੀਆਂ ਨੇ ਇਹ ਕਹਿੰਦੇ ਨੇ ਕਿ ਅਸੀਂ ਬਲੈਕ ਲਿਸਟ ਖਤਮ ਕਰ ਦਿੱਤੀ ਹੈ। ਹੁਣ ਸਰਕਾਰ ਨੂੰ ਕੋਈ ਪੁੱਛੇ ਕਿ ਜਿਨ੍ਹਾਂ ਨੇ ਹਾਊਸਟਨ ਦੇ ਬਾਹਰ ਤੇ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨ ਦੇ ਬਾਹਰ ਸਿੱਖਾਂ ਨੇ ਪ੍ਰੋਟੈਸਟ ਕੀਤਾ, ਕੀ ਉਹ ਹੁਣ ਸਾਰੇ ਬਲੈਕ ਲਿਸਟ ਨਵੇਂ ਪਾ ਦਿੱਤੇ ਗਏ ਨੇ? ਸੋ ਪਹਿਲਾਂ ਤੇ ਉਹ ਪੱਤਾ ਹੀ ਨਹੀਂ ਇਹਨਾਂ ਦਾ ਕਾਮਯਾਬ ਹੋਇਆ। ਤੇ ਇੱਕ ਵੀ ਦੇਖੋ, ਇਹਨਾਂ ਨੇ ਡਮੀ ਸਿੱਖ ਖੜੇ ਕੀਤੇ, ਡਮੀ ਸਿੱਖ ਖੜੇ ਕੀਤੇ ਤੇ ਉਹਨਾਂ ਨੂੰ ਮੋਦੀ ਦੇ ਨਾਲ ਇੱਕ ਫੋਟੋ ਖਿਚਵਾਤੀ, ਜਿਵੇਂ 4 ਮੁਸਲਮਾਨਾਂ ਦੀ ਅਜੀਤ ਡੋਵਲ ਦੇ ਨਾਲ ਕਸ਼ਮੀਰ ਦੇ ਵਿੱਚ ਫੋਟੋ ਖਿਚਾ ਕੇ ਇਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਵਾਇਰਲ ਕੀਤੀ। ਉਸੇ ਤਰ੍ਹਾਂ 4 ਡਮੀ ਸਿੱਖ ਲਿਆਂਦੇ, ਮੋਦੀ ਦੇ ਨਾਲ ਖੜੇ ਕੀਤੇ ਤੇ ਉਹਨਾਂ ਦੀ ਜਿਹੜੀ ਫੋਟੋ ਹੈ ਵਾਇਰਲ ਕੀਤੀ। ਇੱਕ ਵੀ ਸਿੱਖ ਜਿਹਦਾ ਨਾਂ ਬਲੈਕ ਲਿਸਟ ਦੇ ਵਿੱਚ ਹੋਵੇ ਤੇ ਉਹ ਡਿਲੀਟ ਹੋਇਆ ਹੋਵੇ, ਅਗਰ ਉਹਨੇ ਅਮਰੀਕਾ ਕੈਨੇਡਾ ਤੋਂ ਆ ਕੇ ਮੋਦੀ ਦਾ ਧੰਨਵਾਦ ਕੀਤਾ ਹੋਵੇ, ਫਿਰ ਤੇ ਗੱਲ ਇੱਕ ਡਿਫਰੈਂਟ ਹੈ। ਕੋਈ ਨਹੀਂ ਆਇਆ, ਪ੍ਰੋਟੈਸਟ ਉਵੇਂ ਹੀ ਹੋਇਆ। ਸੋ ਉਸ ਤੋਂ ਬਾਅਦ ਇਹ ਜਦੋਂ ਵਾਪਸ ਆਏ ਤੇ ਉਹ ਮੂਵ ਇਹਨਾਂ ਦਾ ਕਾਮਯਾਬ ਨਹੀਂ ਹੋਇਆ। ਉਹਨੇ ਉਹ ਰਿਜ਼ਲਟ ਨਹੀਂ ਦਿੱਤੇ ਜੋ ਇਹ ਸੋਚਦੇ ਸੀ। ਠੀਕ ਹੈ, ਹੁਣ ਇਹਨਾਂ ਨੇ ਸੈਕਿੰਡ ਮੂਵ ਖੇਡਿਆ ਕਿ ਅਸੀਂ ਨਜ਼ਰਬੰਦਾਂ ਦੀ ਰਿਹਾਈ ਕਰਾਈਏ। ਇਹ ਜਿਹੜੀ ਨਜ਼ਰਬੰਦਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਆ, ਇਹ ਕਿਤੇ ਇਸੇ ਕਰਕੇ ਤਾਂ ਨਹੀਂ ਅਜੇ ਨਾਂ ਦੱਸੇ ਨਹੀਂ ਗਏ ਕਿ ਅਜੇ ਦੇਖਿਆ ਜਾ ਰਿਹਾ ਕਿ ਕੀ ਰਿਐਕਟ ਆਉਂਦਾ ਰਿਐਕਸ਼ਨ? ਹਾਂ, ਨਹੀਂ, ਇਹ ਮੈਂ ਤੁਹਾਨੂੰ ਪਹਿਲਾਂ ਕਿਹਾ, ਦੇ ਆਰ ਟੈਸਟਿੰਗ ਦੀ ਵਾਟਰਸ, ਕਿਉਂਕਿ ਉਹ 8 ਕਿਹੜੇ ਨੇ ਉਹ ਤਾਂ ਇਹਨਾਂ ਨੂੰ ਪਤਾ ਨਾ। ਸਾਡੇ ਖੇਮੇ ਦੇ ਵਿੱਚ ਕਿਸੇ ਨੂੰ ਨਹੀਂ ਪਤਾ, ਇਹ ਇਹਨਾਂ ਨੂੰ ਪਤਾ ਹੈ। ਇਹ ਜਿਹੜੇ ਮਰਜ਼ੀ 8 ਬੰਦਿਆਂ ਦੀ ਲਾਟਰੀ ਕੱਢ ਦੇਣਗੇ, ਠੀਕ ਹੈ ਨਾ। ਸੋ ਇਹ ਇਹਨਾਂ ਤੇ ਡਿਪੈਂਡ ਕਰਦਾ ਕਿ ਇਹਨਾਂ ਨੇ ਕਿਹੜੇ 8 ਡਿਸਾਈਡ ਕੀਤੇ ਨੇ। ਪਰ ਇਹ ਕਲੀਅਰ ਹੈ ਕਿ ਸਿੱਖ ਡਾਇਸਪੋਰੇ ਨੂੰ ਕਸ਼ਮੀਰੀ ਡਾਇਸਪੋਰੇ ਤੋਂ ਦੂਰ ਰੱਖਣ ਲਈ, ਪੰਜਾਬ ਨੂੰ ਕਸ਼ਮੀਰ ਤੋਂ ਦੂਰ ਰੱਖਣ ਲਈ ਇਹ ਪੱਤਾ ਖੇਡਿਆ ਜਾ ਰਿਹਾ ਕਿ ਇੱਕ ਮਿਨੋਰਿਟੀ ਕੁੱਟੀ ਜਾ ਰਹੀ ਹੈ ਤੇ ਇੱਕ ਮਿਨੋਰਿਟੀ ਦੇ ਉੱਤੇ ਜਿਹੜੇ ਨੇ ਉਹ ਮਤਲਬ ਪਿਆਰ ਡੋਲਿਆ ਜਾ ਰਿਹਾ ਜਾਂ ਉਹਨਾਂ ਦੇ ਨਾਲ ਹਮਦਰਦੀ ਦਿਖਾਈ ਜਾ ਰਹੀ ਹੈ। ਔਰ ਇਹ ਸਾਡੇ ਔਰ ਕਸ਼ਮੀਰੀਆਂ ਦੇ ਵਿੱਚ ਇੱਕ ਫਰਕ ਪਾਉਣ ਲਈ ਵੀ ਕੀਤਾ ਜਾ ਰਿਹਾ ਔਰ ਇਹ ਹਮੇਸ਼ਾ ਕਰਦੀ ਹੈ। ਸਰਕਾਰ ਜਿਹੜੀ ਹੈਗੀ ਹੈ ਇੰਡੀਅਨ ਸਟੇਟ, ਉਹ ਹਮੇਸ਼ਾ ਹੀ ਜਦੋਂ ਇੱਕ ਮਿਨੋਰਿਟੀ ਨੂੰ ਟਾਰਗੇਟ ਕਰਦੀ ਹੈ ਤੇ ਦੂਸਰੇ ਨੂੰ ਅਪੀਜ਼ ਕਰਦੀ ਹੈ। ਸੋ ਨਾਓ ਦੇ ਆਰ ਟਾਰਗੇਟਿੰਗ ਕਸ਼ਮੀਰੀਜ਼ ਐਂਡ ਅਪੀਜ਼ਿੰਗ ਸਿੱਖਸ। ਸੋ ਇਹ ਉਹਨਾਂ ਦੀ ਗੇਮ ਹੈ, ਟਾਈਮਿੰਗ ਹੈ ਔਰ ਗੇਮ ਹੈ। ਗੁਰਪੁਰਬ ਦਾ ਤਾਂ ਇੱਕ ਬਹਾਨਾ ਹੈ। K2 ਦੀ ਗੱਲ ਵੀ ਕੀਤੀ ਜਾਂਦੀ ਹੈ, ਇਸੇ ਕਰਕੇ ਕਸ਼ਮੀਰ ਟੂ ਖਾਲਿਸਤਾਨ। ਇਹ ਮਤਲਬ ਉਹ ਵੀ ਅਖਬਾਰਾਂ ਦੀਆਂ, ਜਿਹੜੀਆਂ ਅਖਬਾਰਾਂ ਨੂੰ ਪਲਾਂਟ ਕੀਤੀਆਂ ਖਬਰਾਂ ਨੇ, ਜਿਹੜੀਆਂ K2 ਦੀਆਂ ਖਬਰਾਂ ਨੇ, ਇਹ ਪਲਾਂਟਡ ਖਬਰਾਂ ਨੇ। ਕੋਈ ਦੇਰ ਇਜ਼ ਨੋ K2। ਮਤਲਬ ਕਸ਼ਮੀਰ ਤੇ ਖਾਲਿਸਤਾਨ ਦੇ ਜਿਹੜੇ ਸਮਰਥਕ ਨੇ ਉਹ ਤਾਂ ਅੱਜ ਤੋਂ 20 ਸਾਲ ਪਹਿਲਾਂ ਵੀ ਇੱਕ ਦੂਸਰੇ ਦੇ ਨਾਲ ਸੀਗੇ, ਕਿਉਂਕਿ ਉਹ ਇੱਕ ਬਟ ਨੈਚੁਰਲ ਅਲਾਏ ਨੇ। ਅਸੀਂ ਕੁਦਰਤੀ ਇੱਕ ਦੂਸਰੇ ਦੇ ਅਲਾਏ ਹੈਗੇ ਆ। ਸਾਡੀ ਕੁਦਰਤੀ ਸਾਂਝ ਹੈ, ਇੱਕ ਤਾਂ ਗਵਾਂਢ ਦੀ ਸਾਂਝ ਹੈ, ਇੱਕ ਅਸੀਂ ਚਾਰੇ ਪਾਸੇ ਘਿਰੇ ਆ, ਇੱਧਰ ਪਾਕਿਸਤਾਨ, ਇੱਧਰ ਕਸ਼ਮੀਰ, ਇੱਧਰ ਹਿੰਦੁਸਤਾਨ। ਸੋ ਪੰਜਾਬ ਨੇ ਆਪਣੀ ਵੀ ਤਕਦੀਰ ਦਾ ਫੈਸਲਾ ਕਰਨਾ ਹੈ, ਆਪਣੀ ਵੀ ਆਜ਼ਾਦੀ ਲੈਣੀ ਹੈ। ਕਸ਼ਮੀਰੀ ਵੀ ਉਸੇ ਤਰ੍ਹਾਂ ਦੇ ਲੜ ਰਹੇ ਨੇ, ਇੱਕ ਪਾਸੇ ਪਾਕਿਸਤਾਨ, ਇੱਕ ਪਾਸੇ ਇੰਡੀਆ, ਔਰ ਦੋਨੇ ਨਿਊਕਲੀਅਰ ਕੰਟਰੀਜ਼ ਨੇ। ਸੋ ਇਹ ਕੁਦਰਤੀ ਗੱਲ ਹੈ ਕਿ ਸਾਡਾ ਕਸ਼ਮੀਰੀਆਂ ਦੇ ਨਾਲ ਸਾਂਝ ਔਰ ਇਹ ਚੁੱਭਦੀ ਹੈ। ਔਰ ਇਹ ਤਾਂ ਦੇਖੋ, ਈਵਨ ਜਿਹੜੇ ਲੈਫਟ ਲੀਨਿੰਗਸ ਵਾਲੇ ਨੇ, ਜਿਹੜੇ ਖੱਬੀ ਪੱਖੀ ਗਰਮ ਖਿਆਲੀ ਨੇ, ਜਿਵੇਂ ਸਾਡੇ 'ਚ ਸਿੱਖਾਂ 'ਚ ਗਰਮ ਖਿਆਲੀ ਤੇ ਨਰਮ ਖਿਆਲੀ ਨੇ ਨਾ, ਲੈਫਟ ਦੇ ਵਿੱਚ ਵੀ ਇੱਕ ਨਰਮ ਖਿਆਲੀ ਤੇ ਇੱਕ ਗਰਮ ਖਿਆਲੀ ਨੇ। ਤੇ ਜਿਹੜੇ ਲੈਫਟ ਦੇ ਵਿੱਚ ਗਰਮ ਖਿਆਲੀ ਨੇ, ਉਹਨਾਂ ਨੇ ਵੀ ਪੰਜਾਬ ਦੇ ਵਿੱਚ ਹੀ ਕਸ਼ਮੀਰ ਦਾ ਵਿਰੋਧ ਕੀਤਾ। ਲੈਫਟ ਲੀਨਿੰਗ ਵਾਲੇ ਜਿਹੜੇ ਪੰਜਾਬ ਤੋਂ ਬਾਹਰ ਨੇ, ਉਹਨਾਂ ਨੇ ਨਹੀਂ ਕੀਤਾ। ਸੋ ਇਹ ਪੰਜਾਬ ਦੇ ਪਾਣੀ ਦੇ ਵਿੱਚ, ਪੰਜਾਬੀਆਂ ਦੇ ਖੂਨ ਦੇ ਵਿੱਚ ਇਹ ਉਹਨਾਂ ਦੇ ਇੱਕ ਕਰੈਕਟਰ ਹੈਗਾ ਕਿ ਜਦੋਂ ਉਹ ਕਿਸੇ ਆਪਣੇ ਗੁਆਂਢੀ ਦੇ ਉੱਤੇ ਜ਼ੁਲਮ ਦੇਖਦੇ ਨੇ ਤੇ ਉਹ ਆਵਾਜ਼ ਬੁਲੰਦ ਕਰਦੇ ਨੇ, ਇਰਰਿਸਪੈਕਟਿਵ ਆਫ ਕਿ ਉਹਨਾਂ ਦੀ ਆਈਡੀਓਲੋਜੀ ਕੀ ਹੈ।
ਅੰਤਲਾ ਸਵਾਲ ਕਿ ਇੱਕ ਤਾਂ ਕਸ਼ਮੀਰ ਨੂੰ ਲੈ ਕੇ ਜਿਹੜੀ ਇਹ ਗੱਲ ਕੀਤੀ ਗਈ ਕਿਉਂ ਲਾਗੇ ਲਾਇਆ ਜਾ ਰਿਹਾ ਇਹਦਾ ਪਤਾ ਲੱਗ ਗਿਆ। ਕੀ ਹੁਣ ਜਿਹੜਾ ਪੰਜਾਬ ਦੇ ਵਿੱਚੋਂ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਆਵਾਜ਼ ਉੱਠ ਰਹੀ ਆ ਰਿਹਾਈਆਂ ਤੋਂ ਬਾਅਦ ਦੇ ਵਿੱਚ ਵੀ ਇਸੇ ਤਰ੍ਹਾਂ ਉੱਠਦੀ ਰਹੇਗੀ ਜਾਂ ਫਿਰ ਇਹ ਆਪਣੇ ਉਸ ਜਾਲ ਦੇ ਵਿੱਚ ਕਾਮਯਾਬ ਹੋਣਗੇ ਕਿ ਜਿਹੜਾ ਇਹ ਜਾਲ ਸੁੱਟਿਆ ਇਹਨਾਂ ਨੇ? ਕਸ਼ਮੀਰ ਨੂੰ ਲੈ ਕੇ ਜਿਹੜੇ ਪੰਜਾਬੀ ਲੋਕ, ਜਿਹੜੀਆਂ ਪੰਜਾਬ ਬੇਸ ਪਾਰਟੀਆਂ, ਜਿਹੜੀਆਂ ਸਿੱਖ ਪਾਰਟੀਆਂ ਕਸ਼ਮੀਰ ਨੂੰ ਲੈ ਕੇ ਹਿੰਦੁਸਤਾਨ ਦੇ ਇਸ ਮੂਵ ਦਾ ਵਿਰੋਧ ਕਰ ਰਹੀਆਂ ਨੇ, ਉਹ ਸਾਡੀਆਂ ਪਾਰਟੀਆਂ ਨੇ। ਸਾਡੀਆਂ ਦਾ ਮੇਰਾ ਮਤਲਬ ਹੈ ਕਿ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਤੇ ਹੋਰ ਸਾਡੀਆਂ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਲਾਈਕ ਮਾਈਂਡਡ ਪਾਰਟੀਆਂ ਨੇ। ਜਾਂ ਸਾਡਾ ਵੱਡਾ ਧਰਨਾ ਵੀ ਦੇ ਕੇ ਆਏ ਹੋ ਦਿੱਲੀ ਦੇ ਵਿੱਚ ਹੁਣੇ ਧਰਨਾ ਵੀ ਦੇ ਕੇ ਆਏ। ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਉਹਦੇ ਤਾਮਿਲ ਵੀ ਆਏ ਸੀ, ਨਾਗੇ ਵੀ ਆਏ ਸੀ ਤੇ ਸਰਕਾਰ ਨੇ ਸਾਡੇ ਧਰਨੇ ਤੇ ਪਾਬੰਦੀ ਵੀ ਲਾਈ, ਪਰ ਇਹਦੇ ਬਾਵਜੂਦ ਅਸੀਂ ਇੱਕ ਰੋਸ ਪ੍ਰਦਰਸ਼ਨ ਪ੍ਰੋਟੈਸਟ ਮਾਰਚ ਵੀ ਕੀਤਾ। ਉਹ ਸਾਰਿਆਂ ਦੇ ਸਾਹਮਣੇ ਆ। ਅਸੀਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਵੀ ਜਿੱਥੇ ਮੋਦੀ ਬੋਲ ਰਿਹਾ ਸੀ ਉੱਥੇ ਵੀ ਸਾਡੀ ਸਾਰੀਆਂ ਪਾਰਟੀਆਂ ਨੇ ਕਸ਼ਮੀਰੀਆਂ ਦੇ ਨਾਲ ਰਲ ਕੇ ਮੋਰਚਾ ਲਾਇਆ ਹੋਇਆ ਸੀਗਾ, ਅਸੀਂ ਵਿਰੋਧ ਕਰ ਰਹੇ ਸੀ। ਸੋ ਸਾਡੀਆਂ ਫੀਲਿੰਗਸ, ਸਾਡੀ ਸੋਚ ਮੈਂ ਆਲਰੇਡੀ ਦੱਸ ਚੁੱਕਾ ਕਿ ਅਸੀਂ ਇਹ ਬੀਜੇਪੀ ਦੇ ਇਸ ਮੂਵ ਨੂੰ ਕਿਵੇਂ ਲੈ ਰਹੇ ਹਾਂ। ਸੋ ਸਾਡੇ ਉਹ ਸਟੈਂਡ ਕਸ਼ਮੀਰੀਆਂ ਦੇ ਹੱਕ ਵਿੱਚ ਤੇ ਇੰਡੀਆ ਦੇ ਅਗੇਂਸਟ ਉਹ ਸਟੈਂਡ ਦੇ ਵਿੱਚ ਕੋਈ ਫਰਕ ਨਹੀਂ ਆਉਣ ਵਾਲਾ। ਇਹ ਇਸ ਤਰ੍ਹਾਂ ਦੀਆਂ ਗਾਜਰਾਂ ਅੱਗੇ ਵੀ ਸਾਡੇ ਸਾਹਮਣੇ ਲਟਕਾਉਂਦੇ ਰਹੇ ਨੇ, ਇਸ ਤਰ੍ਹਾਂ ਦੀ ਅਪੀਜ਼ਮੈਂਟ ਪਾਲਿਸੀਜ਼ ਅੱਗੇ ਵੀ ਸਿੱਖਾਂ ਦੇ ਸਾਹਮਣੇ ਰੱਖਦੇ ਰਹੇ ਨੇ। ਸਾਡੇ ਉਹ ਸਿਧਾਂਤਕ ਸਟੈਂਡ ਦੇ ਸਾਹਮਣੇ ਇਹਨਾਂ ਦੇ ਜਿਹੜੀਆਂ ਇਹ ਅਪੀਜ਼ਮੈਂਟ ਪਾਲਿਸੀਜ਼ ਨੇ ਉਹ ਟਿਕਣ ਵਾਲੀਆਂ ਨਹੀਂ, ਉਹਨਾਂ ਦੀ ਕੋਈ ਮਹੱਤਤਾ ਨਹੀਂ। ਈਵਨ ਫੋਰਨ 'ਚ ਵੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਉੱਥੇ ਵੀ ਇਹਨਾਂ ਨੂੰ ਮਤਲਬ ਪ੍ਰੋਟੈਸਟ ਦਾ ਸਾਹਮਣਾ ਕਰਨਾ ਪਿਆ ਨਰਿੰਦਰ ਮੋਦੀ ਨੂੰ। ਔਰ ਇਹ ਜਿਹੜੀਆਂ ਸਾਰੀਆਂ ਅਪੀਜ਼ਮੈਂਟ ਪਾਲਿਸੀਜ਼ ਨੇ ਆਪਣੀਆਂ ਸੋ ਕਾਲਡ ਬਲੈਕ ਲਿਸਟ ਦੀਆਂ ਜਾਂ ਨਜ਼ਰਬੰਦਾਂ ਦੀਆਂ ਰਿਹਾਈ ਦੀਆਂ, ਇਹ ਮਤਲਬ ਦੇ ਆਰ ਨਾਟ ਗੋਇੰਗ ਟੂ ਕਮ ਇਨ ਦਾ ਵੇ। ਇਹ ਸਾਡੇ ਸਾਹਮਣੇ ਅੜਿੱਕਾ ਨਹੀਂ ਬਣਨ ਵਾਲੀਆਂ। ਅਸੀਂ ਆਪਣੇ ਜਿਹੜਾ ਸਾਡਾ ਪ੍ਰਿੰਸੀਪਲ ਸਟੈਂਡ ਨੇ, ਸਿਧਾਂਤਕ ਸਟੈਂਡ ਨੇ, ਅਸੀਂ ਉਹਦੇ 'ਤੇ ਆਪਣਾ ਵਰਕ ਜਾਰੀ ਰੱਖਾਂਗੇ, ਆਪਣਾ ਸੰਘਰਸ਼ ਜਾਰੀ ਰੱਖਾਂਗੇ। ਔਰ ਦੇਖੋ ਇਹ ਕਲੀਅਰ ਹੈ ਕਿ ਜਿਹੜੀਆਂ ਰਿਹਾਈਆਂ ਹੋ ਰਹੀਆਂ ਨੇ ਉਹ ਰਿਹਾਈਆਂ ਬਣਦੀਆਂ ਨੇ, ਉਹਨਾਂ ਦੀਆਂ ਰਿਹਾਈਆਂ ਬਣਦੀਆਂ ਨੇ। ਉਹਨਾਂ ਨੇ ਉਮਰਾਂ ਅੰਦਰ ਬਿਤਾ ਲਈਆਂ ਨੇ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ। ਲੇਟਰ ਔਰ ਸੂਨਰ ਇਹਨਾਂ ਨੇ ਛੱਡਣਾ ਹੀ ਸੀ, ਠੀਕ ਹੈ। ਹੁਣ ਇਹ ਅਹਿਸਾਨ ਰੱਖ ਕੇ ਛੱਡ ਰਹੇ ਨੇ। ਇਹਨਾਂ ਨੂੰ ਅਹਿਸਾਨ ਸਮਝ ਕੇ ਨਹੀਂ, ਪੋਲੀਟਿਕਸ ਨੂੰ ਪਾਸੇ ਰੱਖ ਕੇ ਜੋ ਰਿਹਾਈਆਂ ਬਣਦੀਆਂ ਨੇ ਉਹ ਇਹਨਾਂ ਨੂੰ ਬਿਨਾਂ ਪੋਲੀਟਿਕਸ ਤੋਂ, ਬਿਨਾਂ ਕਿਸੇ ਇੰਟਰਸਟ ਤੋਂ ਛੱਡਣੀਆਂ ਚਾਹੀਦੀਆਂ ਨੇ। ਔਰ ਕੌਮ ਦੇ ਵਿੱਚ ਵੀ ਤਾਂ ਹੀ ਉਹ ਐਪਰੀਸ਼ੀਏਟ ਕੀਤੀਆਂ ਜਾਣਗੀਆਂ ਜੇ ਉਹ ਬਿਨਾਂ ਪੋਲੀਟਿਕਸ ਤੋਂ ਹੋਣਗੀਆਂ, ਜੋ ਬਿਨਾਂ ਕਿਸੇ ਕੰਸੈਸ਼ਨਸ ਤੋਂ ਹੋਣਗੀਆਂ, ਬਿਨਾਂ ਕਿਸੇ ਆਪਣਾ ਅਹਿਸਾਨ ਤੋਂ ਹੋਣਗੀਆਂ। ਔਰ ਸਭ ਤੋਂ ਵੱਡੀ ਗੱਲ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੋਂ ਲੈ ਕੇ ਬੇਅੰਤ ਸਿੰਘ ਕੇਸ ਦੇ ਸਾਰੇ ਜਿਹੜੇ ਸਾਡੇ ਨਜ਼ਰਬੰਦ ਨੇ ਔਰ ਲਾਹੌਰੀਆ ਸਾਹਿਬ ਨੇ ਔਰ ਜਿਨ੍ਹਾਂ ਨੇ ਵੀ ਆਪਣੀਆਂ ਸਜ਼ਾਵਾਂ ਭੁਗਤ ਲਈਆਂ ਨੇ ਔਰ ਜਿਨ੍ਹਾਂ ਦੇ ਕੋਈ ਵੀ ਕਿਸੇ ਤਰ੍ਹਾਂ ਦੀ ਪਲੀ ਕੋਰਟ ਦੇ ਵਿੱਚ ਪੈਂਡਿੰਗ ਨਹੀਂ ਹੈ। ਕਿਉਂਕਿ ਦੇਖੋ ਜੇ ਕੋਰਟ ਦੇ ਵਿੱਚ ਕੋਈ ਪਲੀ ਪੈਂਡਿੰਗ ਹੋਵੇ ਤੇ ਉਹ ਰਿਹਾਈ ਕਰਨ ਤੋਂ ਪਹਿਲਾਂ ਉਹ ਪਲੀ ਦਾ ਨਿਪਟਾਰਾ ਕਰਨਾ ਹੁੰਦਾ ਕੋਰਟ ਦੇ ਵਿੱਚ, ਨਹੀਂ ਤਾਂ ਕੋਰਟ ਦੇ ਕਿਉਂਕਿ ਉਹ ਕੇਸ ਸਬਜੂਡਾਈਜ਼ ਹੁੰਦਾ ਤੇ ਉਹ ਜਿਹੜਾ ਕੇਸ ਸਬਜੂਡਾਈਜ਼ ਹੋਏਗਾ ਉਹ ਗਵਰਨਮੈਂਟ ਆਪਣਾ ਅਧਿਕਾਰ ਨਹੀਂ ਵਰਤ ਸਕਦੀ। ਗਵਰਨਮੈਂਟ ਨੂੰ ਆਪਣਾ ਅਧਿਕਾਰ ਵਰਤਣ ਲਈ ਉਸ ਕੇਸ ਦਾ ਨਿਪਟਾਰਾ ਪਹਿਲਾਂ ਕੋਰਟ 'ਚ ਕਰਨਾ ਪਏਗਾ। ਮੈਂ ਉਸ ਕੇਸਾਂ ਨੂੰ ਛੱਡ ਕੇ ਜਿਹੜੇ ਕੋਰਟ ਦੇ ਵਿੱਚ ਆਲਰੇਡੀ ਚੱਲ ਰਹੇ ਨੇ, ਜਿਨ੍ਹਾਂ ਨੇ ਆਪਣੀਆਂ 14+6 ਜਿਹੜੇ ਸਾਲ ਨੇ ਉਹ ਪੂਰੇ ਕਰ ਲਏ ਨੇ, ਉਹਨਾਂ ਸਾਰਿਆਂ ਦੀ ਇਕਸਾਰ ਰਿਹਾਈ ਹੋਣੀ ਚਾਹੀਦੀ ਹੈ। ਤਾਂ ਹੀ ਜਿਹੜਾ ਮੂਵ ਹੈ ਉਹ ਸਾਰਥਕ ਹੋਏਗਾ ਔਰ ਤਾਂ ਹੀ ਉਹਦੇ ਕੋਈ ਅਰਥ ਹੋਣਗੇ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਦਲ ਖਾਲਸਾ ਤੋਂ ਸਰਦਾਰ ਕੰਵਰਪਾਲ ਸਿੰਘ ਜੀ ਬਿੱਟੂ, ਜਿਹੜੇ ਸਪੋਕਸਪਰਸਨ ਨੇ ਦਲ ਖਾਲਸਾ ਦੇ। ਉਹਨਾਂ ਨੇ ਵਿਸਤਾਰਤ ਜਾਣਕਾਰੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਿਹੜੇ ਸਿੰਘ ਰਿਹਾ ਹੋ ਰਹੇ ਨੇ। ਸੋ ਉਹਨਾਂ ਦੇ ਨਾਮ ਦੀ ਲਿਸਟ ਜਿਹੜੀ ਆ ਉਹ ਵੀ ਸ਼ਾਇਦ ਥੋੜ੍ਹੇ ਦਿਨਾਂ ਤੱਕ ਪਤਾ ਲੱਗ ਜਾਏਗੀ। ਸੋ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਜਾਣਕਾਰੀ ਸਾਂਝੀ ਕਰਨ ਵਾਸਤੇ। ਸੋ ਇੱਥੇ ਆਗਿਆ ਚਾਹਾਂਗੇ, ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।